अंबूजा सीमेंट प्लांट और गुरु गोबिंद सिंह सुपर थर्मल प्लांट बहुत ज़्यादा मात्रा से प्रदूषण फैला रहे हैं इलीगल एक्टिविटी करके। ਇਹ ਸਫਾਈ ਆ ਜੀ ਇਹਨਾਂ ਦੀ। ਇਹ ਕਹਿੰਦੇ ਅਸੀਂ ਧੋ ਕੇ ਗੱਡੀਆਂ ਭੇਜਦੇ ਆ ਬਾਹਰ। ਆ ਦੇਖੋ ਚੱਕਿਆਂ ਦੇ ਸਵਾਦ ਤੁਹਾਡੇ ਸਾਹਮਣੇ ਜੀ, ਅਸੀਂ ਨਹੀਂ ਪਾਈ ਜੀ। ਇਹ ਚਾਹੇ ਇਹਨਾਂ ਦੇ ਡਰਾਈਵਰ ਤੋਂ ਪੁੱਛ ਸਕਦੇ ਜੀ। ਤੁਸੀਂ ਪਿੱਛੇ ਆਓ ਇੱਕ ਮਿੰਟ ਜੀ। ਆ ਦੇਖੋ ਜੀ, ਇੱਥੋਂ ਦੇਖੋ, ਆ ਦੇਖੋ ਜੀ, ਇਹ ਲਗਾਤਾਰ ਕੰਟੀਨਿਊ ਇੱਥੋਂ ਗਿਰਦੀ ਹੈ ਜੀ ਸਪੀਡ ਬ੍ਰੇਕਰ ਤੋਂ। ਆ ਤੁਹਾਡੇ ਸਾਹਮਣੇ ਆ ਦੇਖੋ ਜੀ ਨੀਚੇ, ਆ ਦੇਖੋ ਜੀ। ਇਹ ਅੱਖਾਂ 'ਚ ਨਹੀਂ ਪਾਏਗੀ। ਸਾਨੂੰ ਘੱਟੋ ਘੱਟ ਵੀ 2-2 ਘੰਟੇ ਸਾਨੂੰ ਅੱਖਾਂ ਤੋਂ ਦਿਖਦਾ ਨਹੀਂ, ਜਿਆਦਾ ਸਵਾਦ ਸਾਡੇ ਨਾਲ ਪੈਂਦੀ ਹੈ ਜੀ। ਉੱਪਰ ਨਿਗਾਹ ਮਾਰੋ ਜੀ, ਇਹ ਸਫਾਈ ਦੀ ਗਾਰੰਟੀ ਦਿੰਦੇ ਆ ਜੀ। ਸਫਾਈ ਦੇਖੋ ਜੀ ਇਹਨਾਂ ਦੀ। ਪਹਿਲੇ ਸਮਿਆਂ ਵਿੱਚ ਸੁਣੇ ਕਰਦੇ ਸੀ ਕਿ ਜਿਹੜੇ ਸਿਗਰਟਾਂ ਬੀੜੀਆਂ ਜਰਦਾ ਪੀ ਖਾਂਦੇ ਆ ਉਹਨਾਂ ਨੂੰ ਕੈਂਸਰ ਹੁੰਦਾ। ਦੱਸੋ ਸਾਡੀਆਂ ਮਾਤਾਵਾਂ ਨੇ, ਸਾਡੇ ਬਜ਼ੁਰਗਾਂ ਨੇ ਕਿਹੜੇ ਨਸ਼ੇ ਕਰ ਲਏ, ਕਿਹੜੇ ਤੰਬਾਕੂ ਪੀ ਲਏ ਕਿ ਅੱਜ ਕੈਂਸਰ ਹੈ। ਉਸ ਦੀ ਇੱਕੋ ਵਜ੍ਹਾ ਹੈ ਕਿ ਜਿਹੜੀ ਇਹ ਸਵਾਹ ਹੈ ਤੇ ਜਿਹੜਾ ਇਹ ਪੋਲਿਊਸ਼ਨ ਹੈ, ਇਹਦੇ ਕਰਕੇ ਜਿਹੜਾ ਸਾਡਾ ਵਾਤਾਵਰਣ ਹੈ ਉਹ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਇਹ ਬਾਰ-ਬਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ, ਡੀਸੀ ਸਾਹਿਬ ਨੂੰ ਔਰ ਰੋਪੜ ਐਸਐਸਪੀ ਸਾਹਿਬ ਨੂੰ ਔਰ ਉਸ ਦੇ ਬਾਅਦ ਵਿੱਚ ਸੀਐਮ ਸਾਹਿਬ ਪੰਜਾਬ, ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ, ਸਟੇਟ ਪੋਲਿਊਸ਼ਨ ਕੰਟਰੋਲ ਬੋਰਡ, ਸੁਪਰੀਮ ਕੋਰਟ ਆਫ ਇੰਡੀਆ ਸਭ ਜਗ੍ਹਾ ਪੱਤਰ ਵਿਹਾਰ ਕਰਕੇ ਲੈਟਰ ਭੇਜ ਚੁੱਕੇ ਆ। ਸਾਨੂੰ ਕਿਸੇ ਵੀ ਲੈਟਰ ਦਾ ਜਵਾਬ ਨਹੀਂ ਮਿਲਦਾ ਜੀ। ਮੈਂ ਤੁਹਾਡੇ ਕੈਮਰਾਮੈਨ ਸਾਹਿਬ ਨੂੰ ਕਹੂੰਗਾ, ਇਹ ਜਿਹੜੇ ਇਹ ਡਰਾਬੇ ਦਿੰਦੇ ਆ। ਹੁਣ ਇਹ ਕੱਲ ਇਹਨਾਂ ਨੇ ਮੈਨੂੰ ਸੰਮਣ ਭੇਜ ਦਿੱਤਾ। ਦੇਖੋ ਅੰਬੂਜਾ ਵਰਸਸ ਵਿੱਕੀ ਤੇ ਮਾਨ, ਠੀਕ ਹੈ ਜੀ। ਇਹਨਾਂ ਨੇ ਭੇਜ ਦਿੱਤਾ, ਲੋਕਾਂ ਨੂੰ ਡਰਾਉਂਦੇ ਆ ਜੀ। ਇਹ ਹਰ ਕਿਉਂ ਭੇਜਿਆ, ਕਿਹੜੀ ਗੱਲੋਂ ਭੇਜਿਆ ਤੁਹਾਨੂੰ ਸਾਹਮਣੇ? ਬਿਨ ਮਤਲਬ ਤੋਂ ਬਸ ਡਰਾਉਣ ਦੇ ਲਈ। ਤੁਹਾਡੇ ਸਾਹਮਣੇ ਗੱਡੀਆਂ ਖੜੀਆਂ ਏ, ਇਹ ਗੱਡੀਆਂ ਵਿੱਚ 50-50 ਟਨ ਲੋਡ ਪਾਇਆ ਹੋਇਆ, ਜਦ ਕਿ ਇਹਨਾਂ ਦੀ ਗੱਡੀਆਂ ਦੀ ਕੈਪੈਸਿਟੀ ਸਿਰਫ 18 ਟਨ ਆ। ਔਰ ਸਵਾਹ ਇਹ ਪੂਰੇ ਏਰੀਏ ਖੜਾਉਂਦੀ ਜਾਂਦੀਆਂ ਏ। ਇਹ ਲੋਕਾਂ ਦੀਆਂ ਅੱਖਾਂ 'ਚ ਪੈਂਦੀ ਆ। ਸਾਹ ਦੀਆਂ ਬਿਮਾਰੀਆਂ, ਫੇਫੜਿਆਂ ਦੀਆਂ ਬਿਮਾਰੀਆਂ ਔਰ ਹਾਰਟ ਦੀਆਂ ਬਿਮਾਰੀਆਂ ਔਰ ਕੈਂਸਰ ਵਰਗੀਆਂ ਬਿਮਾਰੀਆਂ ਦੀ ਜਨਮਦਾਤਾ ਇਹ। ਪਿੰਡਾਂ ਵਿੱਚ ਘੁੰਮੇ ਸੀ, ਲੋਕਾਂ ਨੂੰ ਜਾਗਰੂਕ ਕੀਤਾ ਸੀ, ਪਰ ਕੁਝ ਜਿਹੜੇ ਚਮਚੇ ਫੈਕਟਰੀਆਂ ਵਿੱਚ ਜਿਨ੍ਹਾਂ ਦਾ ਕੋਈ ਹਿੱਸਾ ਪੱਤੀ ਆ ਜਾਂ ਜਿਨ੍ਹਾਂ ਨੇ ਆਪਣੀਆਂ ਗੱਡੀਆਂ, ਉਹ ਲੋਕਾਂ ਨੂੰ ਜਾ ਕੇ ਡਰਾਉਂਦੇ ਆ ਕਿ ਜਿਹੜਾ ਵੀ ਅੰਬੂਜਾ ਫੈਕਟਰੀ ਦੇ ਧਰਨੇ ਵਿੱਚ ਜਾਊਗਾ ਉਹਦੇ ਤੇ ਕੇਸ ਪਏ ਜਾਣਗੇ। ਬਾਈ ਜੀ ਨੂੰ ਸਕਿਨ ਦੀ ਪ੍ਰੋਬਲਮ ਹੈ। ਹੁਣੇ ਅੰਕਲ ਜੀ ਖੜੇ ਸੀ ਉਰੇ, ਉਹਨਾਂ ਨੂੰ ਸਕਿਨ ਦੀ ਪ੍ਰੋਬਲਮ ਹੈ। ਘੱਟੋ ਘੱਟ ਜਿਨ੍ਹਾਂ ਨੂੰ ਕੈਂਸਰ ਹੋ ਚੁੱਕਿਆ, ਘੱਟੋ ਘੱਟ ਉਹਨਾਂ ਦੇ ਇਲਾਜ ਤੇ ਇਹ ਖਰਚਣ। ਸਾਡੀਆਂ ਅਜਿਹੀਆਂ ਮੰਗਾਂ ਇਹਨਾਂ ਦੇ ਕੋਲੋਂ। ਭਾਈ ਕਿਹੜੀ ਸਕਿਨ ਦੀ ਪ੍ਰੋਬਲਮ ਹੈ ਤੁਹਾਨੂੰ ਹੈ ਜੀ? ਹਾਂਜੀ। ਦਿਖਾਇਓ ਸਕਿਨ ਦੀ ਪ੍ਰੋਬਲਮ ਆਪਣੀ। ਇਹ ਤੁਹਾਨੂੰ ਡਾਕਟਰ ਨੇ ਦੱਸਿਆ ਕਿ ਤੁਹਾਨੂੰ ਇਸ ਕਰਕੇ ਹੋ ਰਹੀ ਹੈ ਪ੍ਰੋਬਲਮ? ਹਾਂਜੀ, ਐਲਰਜੀ ਕਹਿੰਦੇ ਮਤਲਬ ਪੋਲਿਊਸ਼ਨ ਤੋਂ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ। ਮੈਂ ਸਤਨਾਮ ਸਿੰਘ ਹਾਂ। ਪੰਜਾਬ ਦੇ ਲੋਕਾਂ ਦੀ ਕਿਸਮਤ ਅਜਿਹੀ ਹੈ ਕਿ ਧਰਨੇ ਜਿਹੜੇ ਹੈਗੇ ਨੇ ਉਹਨਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਦਾ ਇੱਕ ਹਿੱਸਾ ਹੀ ਬਣ ਕੇ ਰਹਿ ਗਏ ਨੇ। ਭਾਵੇਂ ਸਰਕਾਰਾਂ ਜਿਹੜੀਆਂ ਹੈਗੀਆਂ ਰੌਲਾ ਪਾਉਂਦੀਆਂ ਰਹਿੰਦੀਆਂ ਕਿ ਅਸੀਂ ਲੋਕਾਂ ਲਈ ਬਹੁਤ ਕੰਮ ਕੀਤੇ ਆ, ਪਰ ਹਰ ਸਰਕਾਰ ਦੇ ਕਾਰਜਕਾਲ ਦੇ ਵਿੱਚ ਲੋਕਾਂ ਨੂੰ ਧਰਨੇ ਲਾਉਣੇ ਹੀ ਪੈਂਦੇ ਨੇ। ਪਰ ਹੁਣ ਜਿੱਥੇ ਚੋਣਾਂ ਵੀ ਹੋ ਕੇ ਹਟੀਆਂ, ਪਰ ਫਿਰ ਵੀ ਲੋਕ ਜਿਹੜੇ ਹੈਗੇ ਨੇ ਆਪਣੇ ਹੱਕਾਂ ਦੇ ਲਈ ਧਰਨਿਆਂ ਦੇ ਉੱਤੇ ਬੈਠੇ ਨੇ। ਇਹ ਧਰਨਾ ਜਿਹੜਾ ਲੱਗਿਆ ਹੋਇਆ, ਪਿੱਛੇ ਬਹੁਤ ਸਾਰੇ ਲੋਕ ਪਿੰਡਾਂ ਦੇ ਇਕੱਠੇ ਹੋਏ ਆ। ਅੰਬੂਜਾ ਫੈਕਟਰੀ ਤੇ ਥਰਮਲ ਦੀ ਜਿਹੜੀ ਰਾਖ ਹੈ, ਜਿਹੜੀ ਸਵਾਹ, ਉਸ ਦੇ ਨਾਲ ਹੋਣ ਵਾਲੇ ਪੋਲਿਊਸ਼ਨ ਦੇ ਵਿਰੋਧ ਵਿੱਚ ਲੋਕਾਂ ਨੇ ਧਰਨਾ ਲਾਇਆ ਹੋਇਆ। ਸੋ ਗੱਲਬਾਤ ਕਰਦੇ ਆ, ਇੱਥੇ ਜਿਹੜੇ ਲੋਕ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਮੇਰਾ ਨਾਮ ਰਜਿੰਦਰ ਸਿੰਘ ਘਨੌਲਾ ਹੈ ਜੀ। ਇਹ ਦੋਨੇ ਇਕਾਈਆਂ ਅੰਬੂਜਾ ਸੀਮੈਂਟ ਪਲਾਂਟ ਔਰ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਬਹੁਤ ਜ਼ਿਆਦਾ ਮਾਤਰਾ ਤੇ ਪ੍ਰਦੂਸ਼ਣ ਫੈਲਾ ਰਹੇ ਆ ਇਲੀਗਲ ਐਕਟੀਵਿਟੀ ਕਰਕੇ। ਅਸੀਂ ਬਾਰ-ਬਾਰ ਪ੍ਰਸ਼ਾਸਨ ਨੂੰ ਸ਼ਿਕਾਇਤ ਕਰ ਚੁੱਕੇ ਆ। ਸਾਡੀ ਕੋਈ ਮੰਗ ਨਹੀਂ ਆ, ਸਾਡੀ ਸ਼ਿਕਾਇਤ ਆ। ਇੱਕ ਰੂਲ ਐਂਡ ਰੈਗੂਲੇਸ਼ਨ ਜਿਹੜੀ ਕਾਪੀ ਮੈਂ ਤੁਹਾਨੂੰ ਦਿਆਂਗਾ, ਉਹ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਔਰ ਸਟੇਟ ਪੋਲਿਊਸ਼ਨ ਕੰਟਰੋਲ ਬੋਰਡ ਦੇ ਰੂਲ ਐਂਡ ਰੈਗੂਲੇਸ਼ਨ ਬਣੇ ਹੋਏ ਆ ਕਿ ਜਿਹੜੀ ਫਲਾਈ ਐਸ਼ ਆ, ਇਹਦੇ ਵਿੱਚ ਖਤਰਨਾਕ ਕਿਸਮ ਦੇ ਯੂਰੇਨੀਅਮ ਮੈਟਲ ਵਗੈਰਾ ਹੁੰਦੇ ਆ। ਯੂਰੇਨੀਅਮ ਆ, ਨਿਕਲ ਆ, ਕੋਬਾਲਟ ਆ, ਕਿਸੇ ਖਾਸ ਕਿਸਮ ਦੇ ਜਿਹੜੇ ਮੈਟਲ ਆ ਉਹ ਹੁੰਦੇ ਆ, ਉਹ ਜਿਹੜੇ ਕਿ ਮਨੁੱਖੀ ਬੋਡੀ ਲਈ ਖਤਰਨਾਕ ਆ। ਯੂਰੇਨੀਅਮ ਇੱਕ ਥਾਪਰ ਦੀ ਰਿਪੋਰਟ ਆ, ਉਹ ਥਾਪਰ ਦੀ ਰਿਪੋਰਟ ਇਹ ਕਹਿ ਰਹੀ ਆ ਵੀ ਸਾਡੇ ਏਰੀਆ ਦਾ ਸਾਰਾ ਪਾਣੀ ਪੋਲਿਊਟਡ ਹੋ ਚੁੱਕਿਆ ਏ। ਉਹ ਯੂਰੇਨੀਅਮ ਕੈਂਸਰ ਦਾ ਕਾਰਨ ਮੰਨਿਆ ਗਿਆ। ਤੇ ਇਹ ਜਿਹੜੇ ਹੈਗੇ ਆ ਐਸ਼ ਡੈਕਾਂ ਦੇ ਵਿੱਚ ਇਲੀਗਲ ਤਰੀਕੇ ਦੇ ਨਾਲ ਪੁਟਾਈ ਕਰਕੇ ਉਹਦੀ ਰਾਖ ਵੀ ਅਸਮਾਨ ਨੂੰ ਉੱਡਦੀ ਆ ਤੇ ਉਸ ਤੋਂ ਬਾਅਦ ਵਿੱਚ ਉਹਦੇ ਵਿੱਚ ਪਾਣੀ ਸੀਪੇਜ ਹੋ ਕੇ ਜ਼ਮੀਨ 'ਚ ਚਲਾ ਜਾਂਦਾ ਏ। ਅਸੀਂ ਚੀਫ ਨੂੰ ਲੈਟਰ ਦਿੱਤਾ ਸੀ, ਇਹ ਚੀਫ ਇੰਜੀਨੀਅਰ ਨੂੰ, ਥਰਮਲ ਪਲਾਂਟ ਦੇ ਨੂੰ, ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਉਸ ਤੋਂ ਬਾਅਦ ਵਿੱਚ ਅਸੀਂ ਅੰਬੂਜਾ ਸੀਮੈਂਟ ਫੈਕਟਰੀ ਦਾ ਬੜੇ ਲੰਬੇ ਟਾਈਮ ਤੋਂ ਇਹ ਬਾਰ-ਬਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ, ਡੀਸੀ ਸਾਹਿਬ ਨੂੰ ਔਰ ਰੋਪੜ ਐਸਐਸਪੀ ਸਾਹਿਬ ਨੂੰ
ਔਰ ਉਸ ਤੋਂ ਬਾਅਦ ਵਿੱਚ ਸੀਐਮ ਸਾਹਿਬ ਪੰਜਾਬ, ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ, ਸਟੇਟ ਪੋਲਿਊਸ਼ਨ ਕੰਟਰੋਲ ਬੋਰਡ, ਸੁਪਰੀਮ ਕੋਰਟ ਆਫ ਇੰਡੀਆ ਸਭ ਜਗ੍ਹਾ ਪੱਤਰ ਵਿਹਾਰ ਕਰਕੇ ਲੈਟਰ ਭੇਜ ਚੁੱਕੇ ਆ। ਸਾਨੂੰ ਕਿਸੇ ਵੀ ਲੈਟਰ ਦਾ ਜਵਾਬ ਨਹੀਂ ਮਿਲਦਾ। ਔਰ ਇਹ ਜਿਹੜੀ ਫਲਾਈ ਐਸ਼ ਆ ਓਪਨ ਬੋਡੀ ਗੱਡੀ 'ਚ ਨਹੀਂ ਜਾ ਸਕਦੀ। ਕਾਨੂੰਨ ਇਹ ਕਹਿੰਦਾ ਏ, ਇਹ ਸਾਡੇ ਕਾਨੂੰਨ ਨਹੀਂ, ਇਹ ਸਰਕਾਰ ਦੇ ਬਣਾਏ ਹੋਏ ਕਾਨੂੰਨ ਆ। ਉਹ ਇਹ ਲਿਖਦੇ ਆ ਕਿ ਕੋਈ ਵੀ ਗੱਡੀ ਬਲਕਰ ਗੱਡੀ ਦੇ ਵਿੱਚ ਸਵਾਹ ਲੋਡ ਹੋਏਗੀ ਔਰ ਉਹ 2 ਸਟੇਜ ਵਾਸ਼ਿੰਗ ਸਟੇਸ਼ਨ ਹੋਣਗੇ, 2 ਜਗ੍ਹਾ ਉਹਦੇ ਵੀਲ ਤੱਕ ਧੋ ਹੋਣਗੇ ਔਰ ਉਸ ਤੋਂ ਬਾਅਦ ਵਿੱਚ ਵੇਟ ਬ੍ਰਿਜ ਹੋਏਗਾ ਜਿਹਦੇ ਉੱਤੇ ਉਹਦਾ ਕੰਡਾ ਹੋਏਗਾ। ਹੁਣ ਇਹ ਸਾਰੀਆਂ ਗੱਲਾਂ ਦੀ ਉਲੰਘਣਾ ਹੋ ਰਹੀ। ਤੁਹਾਡੇ ਸਾਹਮਣੇ ਗੱਡੀਆਂ ਖੜੀਆਂ ਏ, ਇਹ ਗੱਡੀਆਂ ਵਿੱਚ 45 50 ਟਨ ਲੋਡ ਪਾਇਆ ਹੋਇਆ, ਜਦ ਕਿ ਇਹਨਾਂ ਦੀ ਗੱਡੀਆਂ ਦੀ ਕੈਪੈਸਿਟੀ ਸਿਰਫ 18 ਟਨ ਆ ਔਰ ਸਵਾਹ ਇਹ ਪੂਰੇ ਏਰੀਏ ਖੜਾਉਂਦੀ ਜਾਂਦੀਆਂ ਏ। ਇਹ ਲੋਕਾਂ ਦੀਆਂ ਅੱਖਾਂ 'ਚ ਪੈਂਦੀ ਆ। ਸਾਰੀਆਂ ਬਿਮਾਰੀਆਂ, ਫੇਫੜਿਆਂ ਦੀਆਂ ਬਿਮਾਰੀਆਂ ਔਰ ਹਾਰਟ ਦੀਆਂ ਬਿਮਾਰੀਆਂ ਔਰ ਕੈਂਸਰ ਵਰਗੀਆਂ ਬਿਮਾਰੀਆਂ ਦੀ ਜਨਮਦਾਤਾ ਇਹ। ਅਸੀਂ ਬਾਰ-ਬਾਰ ਸ਼ਿਕਾਇਤਾਂ ਕਰ ਚੁੱਕੇ ਆ, ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਕਦੋਂ ਤੋਂ ਤੁਸੀਂ ਇਹ ਜਿਹੜਾ ਹੈਗਾ ਵਿੱਢਿਆ ਹੋਇਆ ਇਹਦੇ ਖਿਲਾਫ ਜਿਹੜਾ ਆਪਣੀ ਤਿਆਰੀ ਤੁਸੀਂ ਜੰਗ ਵਿੱਢੀ ਹੋਈ ਜਿਹੜੀ ਕਿੰਨੇ ਸਮੇਂ ਤੋਂ ਕਰ ਰਹੇ ਹੋ? ਅਸੀਂ 2015 ਤੋਂ ਅਲੱਗ-ਅਲੱਗ ਜਗ੍ਹਾ ਲੈਟਰ ਪਾ ਰਹੇ ਆ, ਸ਼ਿਕਾਇਤ ਕਰ ਰਹੇ ਆ, ਪਰ ਸਾਡੀ ਹੁਣ ਤੱਕ ਸਾਨੂੰ ਸ਼ਿਕਾਇਤਾਂ ਦਾ ਹੱਲ ਤਾਂ ਦੂਰ ਆ, ਸਾਨੂੰ ਉਹਨਾਂ ਦਾ ਜਵਾਬ ਤੱਕ ਵੀ ਨਹੀਂ ਦੇ ਰਹੇ, ਨਾ ਹੀ ਸਾਨੂੰ ਕੋਈ ਮੀਟਿੰਗ ਦੇ ਰਿਹਾ। ਤੁਸੀਂ ਕਹਿ ਰਹੇ ਹੋ ਕਿ ਇਲਾਕੇ ਦੇ ਵਿੱਚ ਬਿਮਾਰੀਆਂ ਪਾਈਆਂ ਜਾ ਰਹੀਆਂ, ਫਿਰ ਕੋਈ ਅੰਕੜੇ ਵੀ ਰਹੇ ਹੋਣਗੇ ਬਿਮਾਰੀਆਂ ਦੇ ਕਿ ਕਿਸ ਤਰ੍ਹਾਂ ਦੀ ਬਿਮਾਰੀਆਂ ਪਿੰਡਾਂ ਦੇ ਵਿੱਚ ਹੈਗੀਆਂ, ਤਾਂ ਉਹਨਾਂ ਦੀ ਕੋਈ ਤੱਥ ਵੀ ਹੈਗੇ ਤੁਹਾਡੇ ਕੋਲ ਜਾਂ ਫਿਰ ਐਵੇਂ ਹਵਾ ਵਿੱਚ ਇਹ ਗੱਲਾਂ ਹੈ? ਸਾਡੇ ਪਾਸ ਅੰਕੜੇ ਹੈ, ਅਸੀਂ ਤੁਹਾਨੂੰ ਉਹ ਅੰਕੜੇ ਪੇਸ਼ ਕਰ ਸਕਦੇ ਹਾਂ, ਇਕੱਠੇ ਕਰਕੇ ਸਾਰੇ ਜਿਹੜੇ ਹੈਗੇ ਆ ਉਹ ਅੰਕੜੇ ਦੇ ਸਕਦੇ ਤੁਹਾਨੂੰ ਅਸੀਂ। ਤੁਸੀਂ ਕਹਿ ਰਹੇ ਹੋ ਕਿ ਸਵਾਹ ਜਿਹੜੀ ਹੈਗੀ ਹੈ ਇਦਾਂ ਟਰੱਕਾਂ ਦੇ ਵਿੱਚ ਖਾਲੀ ਹੋ ਕੇ ਜਾਂਦੀ। ਜਦੋਂ ਕੰਪਨੀ ਵਾਲਿਆਂ ਨਾਲ ਗੱਲ ਕਰਦੇ ਆ ਉਹ ਤਾਂ ਕਹਿੰਦੇ ਕਿ ਗੱਡੀਆਂ ਸਾਡੀਆਂ ਹੈ ਨਹੀਂ, ਅੰਬੂਜਾ ਵਾਲੇ ਤਾਂ ਕਹਿੰਦੇ ਕਿ ਸਾਡੀਆਂ ਇਹ ਗੱਡੀਆਂ ਨਹੀਂ, ਨਾ ਇਹ ਸਵਾਹ ਨਾਲ ਸਾਡਾ ਕੋਈ ਲੈਣਾ ਦੇਣਾ। ਜਿਹੜੀ ਇਹਨਾਂ ਦੀ ਅਸੈਸਮੈਂਟ ਸਟੱਡੀ ਰਿਪੋਰਟ ਬਣਦੀ ਆ ਨਾ, ਜਿਹਦੇ ਵਿੱਚ ਕਿ ਇਹ ਪੂਰੀ ਦੀ ਕਾਰਜ ਪ੍ਰਣਾਲੀ ਤਿਆਰ ਹੁੰਦੀ ਆ, এনवायरमेंट ਇੰਪੈਕਟ ਅਸੈਸਮੈਂਟ ਸਟੱਡੀ ਰਿਪੋਰਟ ਆ ਜਿਹੜੀ ਕਿ ਪਲਾਂਟ ਲੱਗਣ ਦੇ ਪਹਿਲਾਂ ਬਣਦੀ ਆ। ਉਹਦੇ ਵਿੱਚ ਇਹ ਦਰਜ ਕੀਤਾ ਗਿਆ ਕਿ ਜਿਹੜੀ ਵੀ ਕੋਈ ਐਕਟੀਵਿਟੀ ਅੰਬੂਜਾ ਸੀਮੈਂਟ ਪਲਾਂਟ ਨਾਲ ਸੰਬੰਧਿਤ ਆ, ਉਸ ਐਕਟੀਵਿਟੀ ਨੂੰ ਇਸ ਇੰਡਸਟਰੀ ਦੀ ਐਕਟੀਵਿਟੀ ਮੰਨਿਆ ਜਾਏਗਾ। ਜਿਹੜੀ ਸਵਾਹ ਹੈ ਇਹ ਸਵਾਹ ਜਾ ਕੇ ਸੀਮੈਂਟ ਦੇ ਵਿੱਚ ਮਿਲਾਈ ਜਾਂਦੀ ਹੈ, ਇਸ ਕਰਕੇ ਇੰਡਸਟਰੀਅਲ ਐਕਟੀਵਿਟੀ ਅੰਬੂਜਾ ਸੀਮੈਂਟ ਦੀ ਆ, ਨਾ ਕਿ ਆਮ ਜਨਤਾ ਦੀ ਕਿਸੇ ਹੋਰ ਪਰਪਸ ਦੀ ਆ। ਇਸ ਕਰਕੇ ਅੰਬੂਜਾ ਸੀਮੈਂਟ ਉਨੀ ਹੀ ਦੋਸ਼ੀ ਹੈ ਜਿੰਨੇ ਕਿ ਗੱਡੀਆਂ ਵਿੱਚ ਲਿਜਾਣੇ ਵਾਲੇ। ਪਲਾਂਟ ਵੀ ਉਨਾ ਹੀ ਦੋਸ਼ੀ ਆ। ਜਿਸ ਪਲਾਂਟ ਵਿੱਚ ਜਾ ਕੇ ਇਹ ਸਵਾਹ ਉਤਰਦੀ ਆ ਉਹਨਾਂ ਨੂੰ ਨਹੀਂ ਪਤਾ ਵੀ ਓਪਨ ਬੋਡੀ ਗੱਡੀ 'ਚ ਆ ਰਹੀ ਹੈ, ਫਲਾਈ ਐਸ਼ ਬਲਕਰ 'ਚ ਆਉਣੀ ਚਾਹੀਦੀ। ਜਦ ਕਿ ਅੱਜ ਤੋਂ ਪਹਿਲਾਂ ਵੀ ਧਰਨੇ ਇਸ ਤਰ੍ਹਾਂ ਲੱਗੇ ਕਦੀ? ਅਸੀਂ ਧਰਨੇ ਵੀ ਲਗਾਏ ਆ, ਅਸੀਂ ਸਰਕਾਰ ਦੇ ਕੋਲ ਰਿਟਨ ਵਿੱਚ ਵੀ ਦਿੱਤੇ ਆ, ਪਰ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ। ਫਿਰ ਜਦੋਂ ਤੁਸੀਂ ਪਹਿਲਾਂ ਇੰਨੇ ਧਰਨੇ ਲਗਾ ਚੁੱਕੇ ਹੋ ਕੋਈ ਫਰਕ ਨਹੀਂ ਪਿਆ, ਹੁਣ ਜਿਹੜਾ ਧਰਨਾ ਲਗਾਇਆ ਚ ਅਜਿਹਾ ਕੀ ਖਾਸ ਆ, ਕੀ ਰਣਨੀਤੀ ਤੁਸੀਂ ਇਹੋ ਜਿਹੀ ਬਣਾਈ ਹੈ ਕਿ ਤੁਹਾਨੂੰ ਲੱਗਦਾ ਕਿ ਹੁਣ ਵੀ ਕੁਝ ਕਰਕੇ ਹੀ ਹਟੋਗੇ? ਅਸੀਂ ਇੱਕ ਖਾਸ ਕਿਸਮ ਦੀ ਰਣਨੀਤੀ ਇਹ ਤਿਆਰ ਕੀਤੀ ਆ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਅੱਜ ਤੇ ਬਾਅਦ ਜਿਹੜੀ ਓਪਨ ਬੋਡੀ 'ਚ ਬਿਲਕੁਲ ਫਲਾਈ ਐਸ਼ ਜਾ ਰਹੀ ਆ ਉਹ ਤਾਂ ਬਿਲਕੁਲ ਬੰਦ ਕਰ ਦੇਂਗੇ ਅਸੀਂ ਆਪਣਾ ਪਹਿਰਾ ਦੇ ਕੇ, ਕਿਉਂਕਿ ਸਰਕਾਰ ਨਹੀਂ ਜਾਗ ਰਹੀ। ਨਾ ਹੀ ਸਰਕਾਰ ਤਾਂ ਇਸ ਟਾਈਮ ਹੈ ਨਹੀਂ ਆ, ਪ੍ਰਸ਼ਾਸਨ ਤਾਂ ਹੈ ਨਾ। ਸਰਕਾਰ ਕਿਸੇ ਪਾਰਟੀ ਦੀ ਨਹੀਂ ਆ, ਪਰ ਪ੍ਰਸ਼ਾਸਨ ਹੈ, ਪ੍ਰਸ਼ਾਸਨ ਜਾਗ ਨਹੀਂ ਰਿਹਾ। ਇਸ ਲਈ ਅਸੀਂ ਆਪਣੇ ਤੌਰ ਤੇ ਆਪਣੇ ਵਲੰਟੀਅਰ ਲਾ ਕੇ ਉਹਨੂੰ ਬੰਦ ਕਰਾਂਗੇ। ਔਰ ਜਿਹੜਾ ਐਸ਼ ਡਰਾਇਰ ਪਲਾਂਟ ਆ ਉਹ ਇਸ ਅੰਬੂਜਾ ਸੀਮੈਂਟ ਪਲਾਂਟ ਦੁਆਰਾ ਇਲੀਗਲ ਲਗਾਇਆ ਗਿਆ, ਜਿਹੜਾ ਕਿ ਹਵਾ 'ਚ ਬੜੀ ਖਤਰਨਾਕ ਕਿਸਮ ਦੀ ਹਵਾ ਰਾਤ ਨੂੰ ਛੱਡਦਾ ਹੈ ਬਹੁਤ। 에ਅਰ ਕੁਆਲਿਟੀ ਜਿਹੜੀ ਹੈਗੀ ਸਾਡੀ ਮਸ਼ੀਨਾਂ ਉਹ ਤੁਹਾਨੂੰ ਅਸੀਂ ਡਾਟਾ ਦੇ ਦਿਆਂਗੇ। ਅਸੀਂ ਸਵਿਟਜ਼ਰਲੈਂਡ ਤੋਂ ਸਵਿਸ ਰੇਡੀਓ ਸਵਿਸ ਟੈਲੀਵਿਜ਼ਨ ਦੀ ਟੀਮ ਸਾਡੇ ਨਾਲ ਸੰਪਰਕ ਕੀਤਾ, ਉਹ ਮਸ਼ੀਨਾਂ ਇੱਥੇ ਰਾਤ ਨੂੰ ਲਗਾਈਆਂ ਗਈਆਂ। ਉਸ ਰਾਤ ਨੂੰ 에ਅਰ ਕੁਆਲਿਟੀ ਜਿਹੜੀ ਕਿ 450 ਤੇ ਪਹੁੰਚ ਗਈ। ਔਰ ਅਸੀਂ ਡੀਸੀ ਸਾਹਿਬ ਨੂੰ ਬਾਰ-ਬਾਰ ਬੇਨਤੀ, ਪੋਲਿਊਸ਼ਨ ਕੰਟਰੋਲ ਬੋਰਡ ਨੂੰ ਬਾਰ-ਬਾਰ ਇਹ ਬੇਨਤੀ ਕੀਤੀ ਆ ਕਿ ਸਾਨੂੰ 6 에ਅਰ ਕੁਆਲਿਟੀ ਸਟੇਸ਼ਨ ਇਹਨਾਂ ਨਾਲ ਕਾਗਜ਼ਾਂ 'ਚ ਜਿਸ ਟਾਈਮ ਪਲਾਂਟ ਲਾਇਆ ਕੰਪਲਾਈਂਸ ਹੁੰਦੀ, ਵਾਅਦਾ ਕੀਤਾ ਹੁੰਦਾ ਵੀ ਅਸੀਂ ਲਾਣੇ ਆ, ਸਾਨੂੰ ਉਹ 에ਅਰ ਕੁਆਲਿਟੀ ਦੇ ਸਟੇਸ਼ਨ ਨਹੀਂ ਦਿਖਾਉਂਦੇ। ਆ ਨਜ਼ਦੀਕ ਹਿਮਾਚਲ ਪ੍ਰਦੇਸ਼ ਆ, ਉੱਥੇ 에ਅਰ ਕੁਆਲਿਟੀ ਦੇ ਸਟੇਸ਼ਨ ਲੱਗੇ ਵੇ, ਉਹਨਾਂ ਦੇ ਬਾਹਰ ਸਕਰੀਨ ਚੱਲਦੀ ਆ ਬਕਾਇਦਾ ਕਿ ਇਸ ਟਾਈਮ ਇੰਨੇ ਵੱਜ ਕੇ ਇੰਨੇ ਮਿੰਟ ਤੇ 에ਅਰ ਦੀ ਕੁਆਲਿਟੀ ਕੀ ਏ। ਉਹ ਜਿਹੜੀ ਸਵਿਟਜ਼ਰਲੈਂਡ ਦੀ ਟੀਮ ਆਈ ਸੀ ਉਸਨੇ ਜਿਹੜੀ ਮਸ਼ੀਨ ਲਗਾਈ, ਰੁੜਕੀ ਯੂਨੀਵਰਸਿਟੀ ਦੀ ਬਣੀ ਹੋਈ ਮਸ਼ੀਨ ਆ, 450 ਦੇ ਉੱਤੇ 에ਅਰ ਕੁਆਲਿਟੀ ਗਈ ਆ ਰਾਤ ਨੂੰ, ਜਦ ਕਿ 100 ਤੋਂ ਵੱਧ ਖਤਰਨਾਕ ਮੰਨੀ ਜਾਂਦੀ ਹੈ। ਜੇ ਸਰਕਾਰ ਪਰਮਿਸ਼ਨਾਂ ਦਿੰਦੀ ਆ, ਇਹ ਐਸ਼ ਡਰਾਇਰ ਜਿਹੜੇ ਲੱਗੇ ਹੋਏ ਨੇ ਉਹਨਾਂ ਦੀ ਤਾਂ ਹੀ ਫਿਰ ਲੱਗੇ ਨੇ ਐਸ਼ ਡਰਾਇਰ। ਜੇ ਗਵਰਨਮੈਂਟ ਦੀ ਪਰਮਿਸ਼ਨਾਂ ਤਾਂ ਉਹਨਾਂ ਕੋਲ ਹੋਣਗੀਆਂ ਹੀ। ਬਿਲਕੁਲ ਨਹੀਂ, ਗਵਰਨਮੈਂਟ ਦੀ ਕੋਈ ਪਰਮਿਸ਼ਨ ਨਹੀਂ। ਅਸੀਂ ਆਰਟੀਆਈ ਪਾਈ ਆ 19 ਦੇ ਵਿੱਚ, ਇਹ ਤੁਹਾਡੇ ਕੋਲ ਆਰਟੀਆਈ ਦੀ ਕਾਪੀ ਤੁਹਾਨੂੰ ਦਿਆਂਗੇ। ਅਸੀਂ ਉਸ ਆਰਟੀਆਈ ਵਿੱਚ ਲਿਖਿਆ ਗਿਆ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੁਆਰਾ, ਅਸੀਂ ਪੁੱਛਿਆ ਸੀ ਕਿ ਇਹਦੀਆਂ ਪੈਰਾਮੀਟਰਸ ਕੀ ਆ, ਗਾਈਡਲਾਈਨਸ ਕੀ ਆ। ਉਹ ਕਹਿੰਦੇ ਸਾਡੇ ਪਾਸ ਕੋਈ ਗਾਈਡਲਾਈਨਸ ਨਹੀਂ। ਉਸ ਤੋਂ ਬਾਅਦ ਵਿੱਚ ਅਸੀਂ ਪੁੱਛਿਆ ਇਹਦੀ ਐਨਓਸੀ ਤੁਸੀਂ ਦਿੱਤੀ ਆ ਜਾਂ ਨਹੀਂ ਦਿੱਤੀ, ਉਹ ਕਹਿੰਦੇ ਸਾਡੇ ਕੋਲੋਂ ਇਹਦੀ ਕੋਈ ਐਨਓਸੀ ਨਹੀਂ ਲਈ ਗਈ। ਇਹਨਾਂ ਦੀ ਐਨਓਸੀ ਇਲੀਗਲ ਆ। ਜੇਕਰ ਇੱਕ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਉਹਦੇ ਖਿਲਾਫ ਪਰਚਾ ਦਰਜ ਹੁੰਦਾ,
ਅੰਬੂਜਾ ਦਾ ਮੈਨੇਜਮੈਂਟ ਜਿਹੜੀ ਚੀਫ ਆ ਮੈਨੇਜਰ ਆ ਉਹਦੇ ਖਿਲਾਫ ਪਰਚਾ ਕਿਉਂ ਨਹੀਂ ਦਰਜ ਹੋ ਰਿਹਾ ਔਰ ਜਿਹੜਾ ਚੀਫ ਆ ਥਰਮਲ ਪਲਾਂਟ ਦਾ ਉਹਦੇ ਖਿਲਾਫ ਇਲੀਗਲ ਐਕਟੀਵਿਟੀ ਕਰਕੇ ਪ੍ਰਦੂਸ਼ਣ ਫੈਲਾਣੇ ਕਰਕੇ ਪਰਚਾ ਕਿਉਂ ਨਹੀਂ ਦਰਜ ਹੋਇਆ? ਸਾਡਾ ਪ੍ਰਸ਼ਾਸਨ ਤੇ ਸਵਾਲ ਆ। ਹਾਂਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜਗਮਨਦੀਪ ਸਿੰਘ ਹੈ ਜੀ। ਕਿੱਦਾਂ ਦੇਖਦੇ ਹੋ ਸਾਰਾ ਮੁੱਦੇ ਨੂੰ? ਕੀ ਅਸਲ 'ਚ ਮੁੱਦਾ ਇਹ ਤੇ ਤੁਸੀਂ ਇਹਦੇ ਉੱਤੇ ਕਿੱਦਾਂ ਕੰਮ ਕਰ ਰਹੇ ਹੋ? ਲੋਕ ਜਿਹੜੇ ਇਕੱਠੇ ਹੋਏ ਆ ਬਹੁਤ ਗਿਣਤੀ ਦੇ ਵਿੱਚ ਇੱਥੇ ਬੈਠੇ ਆ, ਪਰ ਜਿਸ ਤਰ੍ਹਾਂ ਲੱਗ ਰਿਹਾ ਕਿ ਪਿੰਡ ਬਹੁਤ ਜ਼ਿਆਦਾ ਇਫੈਕਟਡ ਆ ਇਸ ਚੀਜ਼ ਤੋਂ, ਪਰ ਉਨੀ ਗਿਣਤੀ ਦੇਖਣ ਨੂੰ ਨਹੀਂ ਮਿਲ ਰਹੀ। ਉਹ ਜਿਹੜਾ ਇਹ ਮਸਲਾ ਹੈਗਾ ਇਹਦੀ ਜੜ ਨੂੰ ਸਮਝਣ ਦੀ ਲੋੜ ਹੈ। ਇਹਦੀ ਜੜ ਜੋ ਵਾਤਾਵਰਨ ਅੱਜ ਗੰਧਲਾ ਹੋ ਰਿਹਾ ਉਹਦਾ ਇਹ ਕਾਰਨ ਹੈ ਕਿ ਇਹ ਜਿਹੜੀਆਂ ਸਰਕਾਰਾਂ ਨੇ ਇਹ ਮਾਡਲ ਆ ਜਿੰਨਾ ਵੀ ਕਾਰਪੋਰੇਟ ਦਾ ਇਹ ਸਾਰਾ ਵਾਤਾਵਰਨ ਵਿਰੋਧੀ ਆ। ਕਾਰਪੋਰੇਟ ਪੱਖੀ ਜਿਹੜਾ ਮਾਡਲ ਆ ਤੇ ਮਨੁੱਖਤਾ ਵਿਰੋਧੀ ਆ। ਤੇ ਕਾਰਪੋਰੇਟ ਘਰਾਣੇ ਜਿਹੜੇ ਆ ਉਹ ਬੰਦੇ ਨੂੰ ਉਨੀ ਉਹਦੀ ਮਿਹਨਤ ਦਾ ਫਲ ਵੀ ਨਹੀਂ ਦਿੰਦੇ। ਨੌਕਰੀਆਂ ਨਾਲ ਹੀ ਜਿਹੜੀ ਉਹਦੀ ਉਜਰਤ ਮਿਲਦੀ ਆ ਉਹ ਵੀ ਪੈਸੇ ਨਹੀਂ ਦਿੰਦੇ, ਪਰ ਨਾਲ ਨਾਲ ਉਹ ਜਿਹੜਾ ਉੱਥੇ ਦਾ ਜਨ ਸਾਧਨ ਆ ਜਿੰਨੇ ਕੁਦਰਤੀ ਨੈਚੁਰਲ ਰਿਸੋਰਸਸ ਆ ਹਵਾ ਪਾਣੀ ਆ ਉਹਨੂੰ ਵੀ ਗੰਦਲਾ ਕਰਦਾ ਹੈਗਾ। ਜਿਹੜੀ ਇਹ ਐਸ ਡਰਾਏ ਸਾਰਾ ਕੁਝ ਆ ਜਿੰਨੀਆਂ ਵੀ ਪਾਰਟੀਆਂ ਨੇ ਉਹ ਸਾਰੀਆਂ ਕਾਰਪੋਰੇਟ ਦੀਆਂ ਦਲਾਲ ਨੇ ਜਿਹੜੀਆਂ ਉਹਨਾਂ ਨੂੰ ਬਿਨਾਂ ਕਿਸੇ ਜਿਹੜਾ ਪਰਮਿਸ਼ਨ ਤੋਂ ਜਿਹੜਾ ਫੈਕਟਰੀ ਲਾਉਣ ਦੀ ਇਜਾਜ਼ਤ ਦੇ ਰਹੀਆਂ ਨੇ ਤੇ ਨਾ ਹੀ ਕੋਈ ਉਹਨਾਂ ਦੀ ਜਵਾਬਦੇਹੀ ਆ ਤੇ ਇਹ ਸਾਰੇ ਉਹਨਾਂ ਦੇ ਹੱਕ ਵਿੱਚ ਭੁਗਤਦੇ ਆ। ਇਸੇ ਕਰਕੇ ਅੱਜ ਪੰਜਾਬ ਦੇ ਵਿੱਚ ਜਿਹੜੀਆਂ ਅਲੱਗ-ਅਲੱਗ ਉਹ ਬਿਮਾਰੀਆਂ ਫੈਲਦੀਆਂ ਨੇ। ਪਰ ਲੋਕ ਵੀ ਤਾਂ ਉਹਨੇ ਸੰਜੀਦਾ ਨਹੀਂ ਹੈਗੇ। ਪਿੰਡ ਕਿੰਨੇ ਆ ਇਫੈਕਟਡ ਇਸ ਰਾਖ ਦੇ ਜਿਹੜੇ ਏਰੀਆ ਵਿੱਚ ਆਉਂਦੇ? ਤੇ ਇਹ ਬਹੁਤ ਵੱਡਾ ਲੋਕਾਂ ਦੇ ਵਿੱਚ ਜਿਹੜਾ ਇਹ ਹੁਣ ਭਰਮ ਪਿਆ ਹੋਇਆ ਵੀ ਜਿਹੜੀਆਂ ਪਾਰਟੀਆਂ ਜਿਹਨੂੰ ਅਸੀਂ ਵੋਟਾਂ ਪਾਉਂਦੇ ਆ ਵੀ ਸਾਡੇ ਹੱਲ ਜਿਹੜੀਆਂ ਕਰਨਗੀਆਂ, ਪਰ ਦਿੱਲੀ ਮੋਰਚਾ ਜਿੱਤਣ ਤੋਂ ਬਾਅਦ ਲੋਕਾਂ ਨੂੰ ਹੁਣ ਸਮਝ ਆਉਣੀ ਚਾਹੀਦੀ ਆ ਵੀ ਜੇ ਅਸੀਂ ਹੱਲ ਜਿਹੜੇ ਆ ਉਹ ਸੜਕਾਂ ਤੇ ਬੈਠ ਕੇ ਝੰਡੇ ਤੇ ਡੰਡੇ ਲੈ ਕੇ ਗੱਲ ਕਰਵਾ ਸਕਦੇ ਆ, ਨਹੀਂ ਸਾਡੇ ਉਹਨਾਂ ਦਾ ਕੋਈ ਹੱਲ ਨਹੀਂ ਆ। ਇਸ ਦੇ ਲਈ ਜਿਹੜੇ ਹੈਗੇ ਸਾਥੀ ਜਿਹੜੇ ਸੀਗੇ ਕਿੰਨੇ ਸਾਲ ਤੋਂ ਕੰਮ ਕਰਦੇ ਸੀਗੇ, ਪਰ ਸ਼ਾਇਦ ਇਹ ਲੱਗਦਾ ਵੀ ਲੋਕ ਇਸ ਮਸਲੇ ਨੂੰ ਜ਼ਿਆਦਾ ਸੀਰੀਅਸ ਨਹੀਂ ਲੈਂਦੇ ਹੋਣਗੇ। ਪਰ ਅੱਜ ਜਿਹੜੀ ਸਥਿਤੀ ਇਹ ਆ ਕਿ ਪਿੰਡਾਂ ਦੇ ਵਿੱਚ ਬੱਚੇ ਨਹੀਂ ਪੈਦਾ ਹੋ ਰਹੇ, ਠੀਕ ਹੈ ਨਾ। ਸਪਰਮ ਕਾਊਂਟ ਪੰਜਾਬੀਆਂ ਦਾ ਬੱਚੇ ਪੈਦਾ ਕਰਨ ਦੀ ਕੈਪੈਸਿਟੀ ਲਗਾਤਾਰ ਗਿਰ ਰਹੀ ਆ, ਪਾਣੀ ਗੰਦਲਾ ਹੋ ਰਿਹਾ, ਬਿਮਾਰੀਆਂ ਲੱਗ ਰਹੀਆਂ ਨੇ। ਇਸ ਕਰਕੇ ਅੱਜ ਲੋਕਾਂ ਦੀ ਇਹ ਬਣਦੀ ਲੋੜ ਆ ਜੇ ਨਸਲਾਂ ਬਚਾਉਣੀਆਂ ਨੇ ਤਾਂ ਸੜਕਾਂ ਤੇ ਆਉਣਾ ਪੈਣਾ ਹੈਗਾ। ਤੁਹਾਡੇ ਚੈਨਲ ਰਾਹੀਂ ਵੀ ਅਸੀਂ ਅਪੀਲ ਕਰਦੇ ਹਾਂ ਵੀ ਆਪਣੇ ਪੰਜਾਬ ਨੂੰ ਬਚਾਉਣ ਦੇ ਲਈ ਤੁਸੀਂ ਅੱਗੇ ਆਓ। ਪਿਛਲੇ ਸਮੇਂ ਦੌਰਾਨ ਕਿਸਾਨ ਅੰਦੋਲਨ ਜਦੋਂ ਚੱਲਿਆ ਤਾਂ ਦੀਪ ਸਿੱਧੂ ਵਰਗੇ ਨੌਜਵਾਨਾਂ ਨੇ ਇਹ ਕਿਹਾ ਸੀ ਕਿ ਇਹ ਸਾਡੀ ਹੋਂਦ ਦੀ ਲੜਾਈ ਆ, ਤੇ ਉਦੋਂ ਕੁਝ ਲੋਕਾਂ ਵੱਲੋਂ ਇੱਦਾਂ ਟਰੋਲ ਵੀ ਇਸ ਚੀਜ਼ ਨੂੰ ਕੀਤਾ ਜਾਂਦਾ ਸੀ ਕਿ ਹੋਂਦ ਦੀ ਲੜਾਈ ਦੀਆਂ ਗੱਲਾਂ ਕਰਦੇ। ਅੱਜ ਤੁਹਾਨੂੰ ਲੱਗਦਾ ਕਿ ਮਸਲੇ ਵਾਕਈ ਹੋਂਦ ਦੇ ਉੱਤੇ ਖੜੇ ਆ? ਨਹੀਂ, ਬਿਲਕੁਲ ਪੰਜਾਬ ਦੀ ਹੋਂਦ ਦਾ ਸਵਾਲ ਹੈ। ਮੋਦੀ ਜਿਹੜੀ ਸਰਕਾਰ ਆ ਉਹ ਤਾਨਾਸ਼ਾਹੀ ਸਰਕਾਰ ਆ, ਡਿਕਟੇਟਰਸ਼ਿਪ ਆ ਜੋ ਲਗਾਤਾਰ ਸੂਬਿਆਂ ਦੇ ਹੱਕਾਂ ਦੇ ਉੱਤੇ ਡਾਕਾ ਮਾਰ ਰਹੀ ਆ। ਜਿਹੜੀ ਤੁਸੀਂ ਗੱਲ ਕੀਤੀ ਆ ਹੋਂਦ ਦੀ ਲੜਾਈ, ਬਿਲਕੁਲ ਪੰਜਾਬ ਦੀ ਹੋਂਦ ਦੀ ਲੜਾਈ ਹੈਗੀ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਹਰ ਸਿਆਸਤ ਦੇ ਆਪਣੇ ਆਪਣੇ ਦਾਅ ਹੁੰਦੇ ਆ ਤੇ ਦਾਅ ਪੇਚ ਜਿਹੜੇ ਆ ਉਹ ਸਿਆਸਤ ਉਹਨੂੰ ਇਹ ਕਹਿੰਦੇ ਵੀ ਦਾਅ ਪੇਚਾਂ ਦੇ ਹਿਸਾਬ ਨਾਲ ਖੇਡੀ ਜਾਂਦੀ ਆ। ਅੱਜ ਮੌਜੂਦਾ ਨੌਜਵਾਨਾਂ ਨੂੰ ਚਾਹੀਦਾ ਕਿ ਉਹ ਅੱਗੇ ਆਉਣ ਤੇ ਆਪਣੇ ਹੋਂਦ ਨੂੰ, ਆਪਣੇ ਪੰਜਾਬ ਨੂੰ, ਪੰਜਾਬੀਅਤ ਨੂੰ ਬਚਾਉਣ ਦੇ ਲਈ ਤੁਸੀਂ ਦੇਖ ਲਓ ਵੀ ਉਹਨਾਂ ਨੂੰ ਅੱਗੇ ਆਉਣਾ ਜ਼ਰੂਰੀ ਆ। ਨੌਜਵਾਨ ਜਥੇਬੰਦ ਹੋਣ, ਕਮੇਟੀਆਂ ਬਣਾਉਣ, ਪਿੰਡਾਂ ਦੇ ਵਿੱਚ ਮੀਟਿੰਗਾਂ ਕਰਨ। ਤੁਸੀਂ ਦੇਖ ਲਓ ਵੀ ਅੱਜ ਅਸੀਂ ਕੱਲ੍ਹ ਨੰਗਲ ਵੀ ਧਰਨਾ ਲਾਇਆ, ਪੰਜਾਬ ਦੇ ਵਿੱਚ ਪੰਜਾਬੀ ਬੋਲਣ ਦੇ ਉੱਤੇ ਪਾਬੰਦੀ ਆ। ਕਿੱਡਾ ਵੱਡਾ ਸਵਾਲ ਆ ਕਿ ਸਾਡੇ ਪੰਜਾਬ ਦੇ ਲੋਕਾਂ ਨੂੰ ਪੰਜਾਬੀ ਬੋਲਣ ਤੇ ਪਾਬੰਦੀ ਆ। ਨਿਆਣਿਆਂ ਨੂੰ ਪੰਜਾਬੀ ਪੜ੍ਹਾਉਣ ਤੋਂ ਜਿਹੜਾ ਹੈਗਾ ਵਾਂਝੇ ਕੀਤਾ ਜਾ ਰਿਹਾ, ਉਹਨਾਂ ਨੂੰ ਹਿੰਦੀ ਬੋਲਣ ਦੀ ਮਜਬੂਰ ਕੀਤਾ ਜਾ ਰਿਹਾ, ਇੰਗਲਿਸ਼ ਬੋਲਣ ਲਈ ਮਜਬੂਰ ਕੀਤਾ ਜਾ ਰਿਹਾ। ਇਸ ਕਰਕੇ ਬਿਲਕੁਲ ਸਾਡੀ ਹੋਂਦ ਦੀ ਲੜਾਈ ਆ ਤੇ ਨੌਜਵਾਨ ਇਸ ਮਸਲੇ ਸੰਬੰਧੀ ਅੱਗੇ ਆਉਣ ਤੇ ਆਪਣੇ ਜਿਹੜਾ ਹੈਗਾ ਪੰਜਾਬ ਨੂੰ ਬਚਾਉਣ। ਜੇ ਫੈਕਟਰੀ ਨੇ ਪੋਲਿਊਸ਼ਨ ਦਿੱਤਾ ਇਲਾਕੇ ਨੂੰ ਨੌਕਰੀਆਂ ਵੀ ਤਾਂ ਫਿਰ ਦਿੱਤੀਆਂ ਹੋਣਗੀਆਂ। ਜਿਸ ਇਲਾਕੇ ਵਿੱਚ ਐਡੀ ਵੱਡੀ ਇੰਡਸਟਰੀ ਹੋਵੇ ਤਾਂ ਉੱਥੇ ਕੁਛ ਨਾ ਕੁਛ ਰੁਜ਼ਗਾਰ ਵੀ ਨੌਜਵਾਨਾਂ ਨੂੰ ਮਿਲਦਾ ਹੀ ਆ। ਉਹ ਇਹ ਬਿਲਕੁਲ ਤੁਹਾਡੀ ਗੱਲ ਠੀਕ ਆ ਵੀ ਰੁਜ਼ਗਾਰ ਮਿਲਣਾ ਚਾਹੀਦਾ। 75% ਉਸ ਜਿਹੜਾ ਸੂਬੇ ਦੇ ਵਿੱਚ ਫੈਕਟਰੀ ਲੱਗੀ ਆ ਇਲਾਕੇ ਦੇ ਵਿੱਚ ਉਹਨੂੰ ਰੁਜ਼ਗਾਰ ਮਿਲਣਾ ਚਾਹੀਦਾ। ਪਰ ਇਹ ਜਿੰਨੀਆਂ ਬੜੀਆਂ ਕੰਪਨੀਆਂ ਨੇ ਉਹਨਾਂ ਨੂੰ ਸਸਤੀ ਲੇਬਰ ਚਾਹੀਦੀ ਹੁੰਦੀ ਹੈ ਤੇ ਲਿਆ ਕੇ ਤੇ ਪ੍ਰਵਾਸੀ ਲੋਕ ਜਿਹੜੇ ਆ ਉਹ ਭਰਤੀ ਕੀਤੇ ਗਏ ਆ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਹੋਰ ਦਊਂਗਾ, ਇਹਦੀ ਨਹੀਂ, ਇੱਕ ਸਰਕਾਰੀ ਮਹਿਕਮੇ ਦੀ ਐਗਜ਼ਾਮਪਲ ਦਊਂਗਾ। BBM ਜਿਹੜਾ ਹੈਗਾ ਪੰਜਾਬ ਦੇ ਵਿੱਚ ਉਹਦੀ ਸ਼ਮੂਲੀਅਤ ਹੈਗੀ ਆ। ਪੰਜਾਬ ਦੇ ਵਿੱਚ ਡੈਮ ਲੱਗੇ ਆ, 2000 ਤੋਂ ਵੱਧ ਪੋਸਟ ਉਹਦੀ ਖਾਲੀ ਪਈ ਆ। ਸਿਰਫ ਪੰਜਾਬ ਦੇ ਹਿੱਸੇ ਦੀ ਪੋਸਟ ਖਾਲੀ ਰੱਖੀ ਹੋਈ ਆ, ਹਰਿਆਣਾ ਹਿਮਾਚਲ ਦੀਆਂ ਸਾਰੀਆਂ ਪੋਸਟਾਂ ਭਰੀਆਂ ਹੋਈਆਂ ਨੇ। ਤੇ ਅੱਜ ਉਹਦਾ ਅਧਿਕਾਰੀ ਬਦਲ ਦਿੱਤਾ, ਕਾਨੂੰਨ ਬਦਲ ਦਿੱਤਾ ਕਿ BBM ਦਾ ਜਿਹੜਾ ਉੱਚ ਅਧਿਕਾਰੀ ਆ ਬਿਜਲੀ ਮਹਿਕਮੇ ਦਾ, ਉਹ ਜ਼ਰੂਰੀ ਨਹੀਂ ਹੈ ਕਿ ਪੰਜਾਬ ਤੋਂ ਹੋਵੇ, ਉਹ ਕਿਸੇ ਵੀ ਸੂਬੇ ਤੋਂ ਹੋ ਸਕਦਾ। ਤੋ ਪੰਜਾਬ ਦੀ ਜਗ੍ਹਾ ਜਿਹੜਾ ਹੈਗਾ ਉੱਥੇ ਹੋਰ ਸੂਬਿਆਂ ਦੇ ਬੰਦੇ ਭਰਤੀ ਕੀਤੇ ਜਾ ਰਹੇ ਆ, ਜੋ ਪੰਜਾਬ ਦੇ ਲੋਕਾਂ ਨਾਲ ਧੋਖਾ ਹੈਗਾ। ਹੁਣ ਸਾਰੇ ਨੰਗਲ ਦੇ ਵਿੱਚ ਜਿਹੜੇ ਬੜੇ ਬੋਰਡ ਲਿਖੇ ਆ, ਵੱਡੀ ਗਿਣਤੀ ਵਿੱਚ ਉੱਥੇ ਹਿੰਦੀ ਵਿੱਚ ਬੋਰਡ ਲੱਗੇ ਆ, ਪੰਜਾਬੀ ਦਾ ਨਾਮੋ ਨਿਸ਼ਾਨ ਨਹੀਂ। ਇਸੇ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਹਾਲ ਆ, ਸਾਡੇ ਜਿਹੜੇ 60% ਭਰਤੀ ਆ ਉਹ ਚੰਡੀਗੜ੍ਹ ਦੇ ਵਿੱਚ ਰੈਗੂਲਰ ਨਹੀਂ ਕੀਤੀ ਜਾ ਰਹੀ, ਜਿਸ ਕਰਕੇ ਪੰਜਾਬੀ ਜਿਹੜੇ ਅੱਜ ਬੇਰੁਜ਼ਗਾਰੀ ਘੁੰਮ ਰਹੇ ਆ। ਕੀ ਹਾਲ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਕੁਲਵੰਤ ਸਿੰਘ ਸੈਣੀ ਹੈ ਜੀ। ਕਿਵੇਂ ਦੇਖਦੇ ਹੋ ਜਿਹੜਾ ਧਰਨਾ ਲੱਗਿਆ ਹੋਇਆ ਹੈ ਤੇ ਕੀ ਇਫੈਕਟ ਜਿਹੜੇ ਹੈਗੇ ਆ, ਕਿ ਕਿਸ ਵਜ੍ਹਾ ਕਰਕੇ ਤੁਸੀਂ ਸਮਝਦੇ ਹੋ ਕਿ ਇਹ ਜਿਹੜਾ ਹੈਗਾ ਲੋਕਾਂ ਨੂੰ ਇਹਨਾਂ ਫੈਕਟਰੀਆਂ ਦੇ ਖਿਲਾਫ ਇਕੱਠੇ ਹੋਣਾ ਚਾਹੀਦਾ? ਕਿਉਂਕਿ ਸਭ ਤੋਂ ਵੱਡਾ ਜਿਹੜਾ ਮੁੱਦਾ ਅੱਜ ਤਾਂ ਹੈਗਾ ਇਹ ਜਿਹੜਾ ਇੱਥੇ ਪ੍ਰਦੂਸ਼ਣ ਹੋ ਰਿਹਾ ਇਸ ਦਾ ਮੁੱਦਾ ਇਹ, ਕਿਉਂਕਿ ਜਿਹੜੀ ਸਵਾਹ ਉੱਡ ਰਹੀ ਹੈ ਇਹ ਲੋਕਾਂ ਦੇ ਘਰਾਂ ਵਿੱਚ ਇੱਥੇ ਜਿਹੜਾ
50-60 ਪਿੰਡ ਹੈਗੇ ਨੇੜੇ ਨੇੜੇ, ਇਹਨਾਂ 'ਚ ਜਾ ਰਹੀ ਹੈ ਸਵਾਹ। ਔਰ ਉਸ ਨਾਲ ਸਾਹ ਦੀਆਂ ਬਿਮਾਰੀਆਂ ਜ਼ਿਆਦਾ ਲੱਗ ਰਹੀਆਂ, ਔਰ ਕੈਂਸਰ ਵਗੈਰਾ ਜਿਹੜਾ ਹੈਗਾ ਲੋਕ ਉਹਨਾਂ 'ਚ ਅੰਸ਼ ਪਾਏ ਜਾ ਰਹੇ ਆ। ਅਗਰ ਇਹਨੂੰ ਨਾ ਕੰਟਰੋਲ ਕੀਤਾ ਗਿਆ ਤਾਂ ਆਉਣ ਵਾਲਾ ਜਿਹੜਾ ਸਮਾਂ ਹੋਊਗਾ, ਇਹ ਜਿਹੜਾ ਇੱਥੇ ਦੇ ਲੋਕ ਹੈ ਇਹਨਾਂ ਵਾਸਤੇ ਹੋਰ ਬਹੁਤ ਜ਼ਿਆਦਾ ਖਤਰਨਾਕ ਹੈ। ਔਰ ਸਾਡਾ ਜਿਹੜਾ ਇਹਨਾਂ ਦੇ ਪ੍ਰਦੂਸ਼ਣ ਕਾਰਨ ਜਿਹੜਾ ਪਾਣੀ ਹੈ ਗੰਧਲਾ ਹੁੰਦਾ ਜਾ ਰਿਹਾ ਜੀ। ਪਰ ਜਦੋਂ ਫੈਕਟਰੀ ਨਾਲ ਗੱਲ ਕੀਤਾ ਜਾਂਦਾ, ਅਦਾਰੇ ਨਾਲ ਗੱਲ ਕੀਤੀ ਜਾਂਦੀ ਹੈ, ਤਾਂ ਉਹ ਤਾਂ ਕਹਿੰਦੇ ਨੇ ਕਿ ਅਸੀਂ ਤਾਂ ਸਾਰੇ ਪ੍ਰਬੰਧ ਜਿਹੜੇ ਹੈਗੇ ਆ ਉਸ ਤਰ੍ਹਾਂ ਹੀ ਰੱਖੇ ਕਿ ਸਾਡੀਆਂ ਗੱਡੀਆਂ ਢੱਕ ਕੇ ਜਾਂਦੀਆਂ ਚੰਗੀ ਤਰ੍ਹਾਂ। ਜਦੋਂ ਤੱਕ ਗੱਡੀ ਪੂਰੀ ਤਰ੍ਹਾਂ ਢੱਕੀ ਨਹੀਂ ਜਾਂਦੀ, ਉਹਦੇ ਵਿੱਚ ਸਵਾਹ ਉੱਡਣ ਦਾ ਕੋਈ ਕਾਰਨ ਨਹੀਂ ਰਹਿੰਦਾ, ਉਦੋਂ ਤੱਕ ਗੱਡੀ ਬਾਹਰ ਨਹੀਂ ਕੱਢੀ ਜਾਂਦੀ। ਨਹੀਂ ਤੁਸੀਂ ਸਰ, ਤੁਸੀਂ ਨਾ ਹੁਣ ਆਹ ਦੇਖੋ, ਹੁਣੇ ਦੇਖ ਲਓ ਸੜਕ ਤੇ ਕਿੱਦਾਂ ਸਵਾਹ ਪਈ ਫਿਰ। ਗੱਡੀ ਦੇਖ ਲਓ, ਪਿਛਲੀ ਜਿਹੜੀ ਗੱਡੀ ਹੈ ਉਹ ਨੰਗੀ ਹੈ, ਜਿਹੜੇ ਮੂਰਲੀਆਂ ਤੋਂ 2-2 ਤਰਪਾਲਾਂ ਪਾਈਆਂ ਹੋਈਆਂ, ਔਰ ਜਿਹੜੇ ਇਹਨਾਂ ਡਾਲੇ ਆ ਸਾਈਡਾਂ ਟਾਇਰਾਂ ਦੇ ਉੱਪਰ ਜਿਹੜੇ ਬਣੇ ਪਏ ਹੁੰਦੇ ਇਹਨਾਂ ਦੇ ਗਾਰਡ, ਉਹਨਾਂ ਉੱਪਰ ਸਵਾਹ ਜਿਹੜੀ ਹੁੰਦੀ ਆ ਉਹ ਉੜਦੀ ਜਾਂਦੀ ਰਹਿੰਦੀ ਹੈ ਜੀ। ਹਾਂਜੀ। ਤੇ ਪਰ ਜਦੋਂ ਅਸੀਂ ਦੇਖਦੇ ਹਾਂ ਵੀ ਇਲਾਕੇ ਦੇ ਲੋਕ ਜਿਹੜੇ ਹੈਗੇ ਆ ਉਹ ਅਜੇ ਤੱਕ ਸੰਜੀਦਾ ਨਹੀਂ ਲੱਗਦੇ ਇੰਨੇ, ਕਿਉਂਕਿ ਜਿਹੜਾ ਪਿੰਡ ਬਹੁਤ ਜ਼ਿਆਦਾ ਹੈ ਤੇ ਲੋਕਾਂ ਦਾ ਇਕੱਠ ਜਿਹੜਾ ਉਹਨਾਂ ਹੈਗਾ, ਤੁਹਾਨੂੰ ਲੱਗਦਾ ਵੀ ਅਜੇ ਤੱਕ ਜਿਹੜੀ ਹੈਗੀ ਆ ਲੋਕਾਂ ਦੇ ਵਿੱਚ ਉਹ ਸਮਝ ਨਹੀਂ ਆ ਸਕੀ ਲੋਕਾਂ ਨੂੰ ਕਿ ਉਹਨਾਂ ਨਾਲ ਹੋ ਕੀ ਰਿਹਾ? ਨਹੀਂ ਦੇਖੋ, ਜਿਹੜੇ ਸੰਘਰਸ਼ ਕਰਨ ਵਾਲੇ ਲੋਕ ਹੁੰਦੇ ਆ ਉਹਨਾਂ ਦੀ ਗਿਣਤੀ ਹਮੇਸ਼ਾ ਹੀ ਬਹੁਤ ਥੋੜੀ ਹੁੰਦੀ ਆ। ਜੰਗਲ ਵਿੱਚ ਵੀ ਕਹਿੰਦੇ ਸ਼ੇਰਾਂ ਦੀ ਗਿਣਤੀ ਘੱਟ ਹੁੰਦੀ ਹੈ, ਜਿਹੜੇ ਗਿੱਦੜ ਗੁੱਦੜ ਹੁੰਦੇ ਆ, ਹੋਰ ਪੰਛੀ ਹੁੰਦੇ ਆ, ਉਹਨਾਂ ਦੀ ਗਿਣਤੀ ਜ਼ਿਆਦਾ ਹੁੰਦੀ ਆ। ਇਸ ਕਰਕੇ ਇਹ ਜਿਹੜੇ ਸੰਘਰਸ਼ ਕਰਨ ਵਾਲੇ ਲੋਕ ਹੈ ਇਹਨਾਂ ਦੀ ਗਿਣਤੀ ਇੰਨੀ ਕਿ ਹੈ, ਇਹ ਬਹੁਤ ਜ਼ਿਆਦਾ ਵੱਡੀ ਗਿਣਤੀ ਆ। ਇਸ ਕਰਕੇ ਕਿਉਂਕਿ ਇੱਕ ਛੋਟੀ ਜਿਹੀ ਕਾਲ ਸੀਗੀ ਹੈ ਨਾ, ਅਜੇ ਸਰਕਾਰ ਵੀ ਕੋਈ ਨਹੀਂ ਹੈਗੀ। ਅੱਜ ਅਸੀਂ ਇੱਕ ਚੇਤਾਵਨੀ ਦੇਣ ਆਏ ਆ ਕਿ ਅਗਰ ਪ੍ਰਸ਼ਾਸਨ ਵੀ ਪੱਲਾ ਝਾੜ ਦਿੰਦਾ ਆਪਣਾ ਕਿ ਸਰਕਾਰ ਦਾ ਮਸਲਾ ਹੈ, ਪਰ ਹੁਣ ਸਰਕਾਰ ਕਿਸੇ ਦੀ ਨਹੀਂ ਹੈ, ਪੂਰਾ ਜਿਹੜਾ ਹੈਗਾ ਪ੍ਰਸ਼ਾਸਨ ਦੇ ਅਧੀਨ ਹੋ ਰਿਹਾ ਹੈ। ਹੁਣ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਇਸ ਨੂੰ ਕੰਟਰੋਲ ਕਰਨਾ। ਅਗਰ ਹੁਣ ਇਹਨਾਂ ਨੇ ਕੰਟਰੋਲ ਨਹੀਂ ਕੀਤਾ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਪਰਮਾਨੈਂਟ ਇੱਥੇ ਧਰਨਾ ਲਾਵਾਂਗੇ, ਔਰ ਇਹਨਾਂ ਦੀਆਂ ਗੱਡੀਆਂ ਵੀ ਬੰਦ ਕਰਾਂਗੇ, ਔਰ ਇਹਨਾਂ ਦੇ ਗੇਟ ਵੀ ਬੰਦ ਕਰਾਂਗੇ। ਤੁਸੀਂ ਕਹਿ ਰਹੇ ਹੋ ਕਿ ਤੁਸੀਂ ਪ੍ਰਸ਼ਾਸਨ ਦੀ ਜਿਹੜੀ ਜ਼ਿੰਮੇਵਾਰੀ ਬਣਦੀ, ਪਰ ਸਰਦਾਰ ਸਾਹਿਬ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਤਾਂ ਬਹੁਤ ਵਾਰੀ ਜਿਹੜਾ ਹੈਗਾ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ, ਪਰ ਪ੍ਰਸ਼ਾਸਨ ਨੇ ਤਾਂ ਕਦਮ ਚੁੱਕਿਆ ਨਹੀਂ ਪਹਿਲਾਂ ਵੀ ਕੋਈ। ਫਿਰ ਹੁਣ ਤੁਹਾਨੂੰ ਕੀ ਉਮੀਦ ਆ ਪ੍ਰਸ਼ਾਸਨ ਤੋਂ? ਹੁਣ ਲੋਕ ਇਕੱਠੇ ਹੋ ਰਹੇ ਆ, ਅਸੀਂ ਪਿੰਡਾਂ 'ਚ ਹੋਰ ਵੀ ਜਾਵਾਂਗੇ ਔਰ ਪ੍ਰਸ਼ਾਸਨ ਨੂੰ ਵੀ ਮਜਬੂਰ ਕਰਾਂਗੇ ਕਿ ਜਿਹੜੀਆਂ ਸਾਡੀਆਂ ਅੱਜ ਤੁਸੀਂ ਦੇਖ ਰਹੇ ਹੋ ਇਹਨਾਂ ਕੋਲ ਜਿਹੜੇ ਆਪਣੇ ਡਾਕੂਮੈਂਟ ਹੈਗੇ ਸਾਰੇ ਇਹਨਾਂ ਕੋਲ ਤਿਆਰ ਹੋਏ ਪਏ ਆ ਹੁਣ, ਔਰ ਆਉਣ ਵਾਲੇ ਸਮੇਂ 'ਚ ਅਸੀਂ ਇੱਥੇ ਬਹੁਤ ਵੱਡਾ ਇਕੱਠ ਕਰਾਂਗੇ ਔਰ ਫਿਰ ਪਰਮਾਨੈਂਟ ਅਸੀਂ ਧਰਨਾ ਲਾਵਾਂਗੇ ਜਿੱਥੇ। ਜੀ ਕੀ ਨਾਮ ਹੈ ਤੁਹਾਡਾ? ਜਗਦੀਪ ਕੌਰ ਢੱਕੀ ਹੈ ਜੀ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੈਮਰਾਮੈਨ ਨੂੰ ਕਹੂੰਗੀ ਕਿ ਮੇਰੀਆਂ ਜੁੱਤੀਆਂ ਦਿਖਾਈਆਂ ਜਾਵੇ। ਹਜੇ ਮੈਨੂੰ 2 ਘੰਟੇ ਹੋਏ ਆ ਤੇ ਸਵਾਹ ਦਾ ਹਾਲ ਦੇਖ ਲਓ, ਕਿਉਂਕਿ ਇਹਨਾਂ ਨੂੰ ਫੈਕਟਰੀ ਵਾਲਿਆਂ ਨੂੰ ਕਿਆ ਦਿਖਦਾ ਨਹੀਂ ਹੈਗਾ, ਜਾਂ ਮੈਨੇਜਮੈਂਟ ਨੂੰ ਦਿਖਦਾ ਨਹੀਂ ਹੈ, ਜਾਂ ਪ੍ਰਸ਼ਾਸਨ ਨੂੰ ਦਿਖਦਾ ਨਹੀਂ ਵੀ ਇੱਥੇ ਕਿੰਨਾ ਪੋਲਿਊਸ਼ਨ ਹੈ। ਅਸੀਂ 2 ਘੰਟੇ 'ਚ ਦੇਖੋ ਕਿੰਨੀਆਂ ਸਾਡੀਆਂ ਜੁੱਤੀਆਂ ਗੰਦੀਆਂ ਹੋ ਗਈਆਂ ਹੈ। ਆਮ ਲੋਕਾਂ ਦਾ ਜਿਹੜੇ ਪਿੰਡ ਘਰਾਂ 'ਚ ਰਹਿ ਰਹੇ ਉਹਨਾਂ ਦਾ ਕੀ ਹਾਲ ਹੋਊਗਾ। ਅਸੀਂ ਪ੍ਰਸ਼ਾਸਨ ਤੋਂ ਸਰਕਾਰ, ਚਲੋ ਸਰਕਾਰ ਹੁਣ ਨਹੀਂ, ਪਹਿਲਾਂ ਸਰਕਾਰ ਸੀਗੀ, ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆ। ਉਲਟਾ ਸਰਕਾਰਾਂ ਨੇ ਆਪਣੇ ਹਿੱਸੇ ਪਾ ਕੇ ਇਹਨਾਂ ਫੈਕਟਰੀਆਂ ਨੂੰ ਗਲਤ ਇਜਾਜ਼ਤਾਂ ਦਿੱਤੀਆਂ ਹੋਈਆਂ, ਜਿਨ੍ਹਾਂ ਕਰਕੇ ਅਸੀਂ ਆਮ ਲੋਕ ਮਰ ਰਹੇ ਆ। ਸਾਨੂੰ ਤਰ੍ਹਾਂ ਦੀਆਂ ਬਿਮਾਰੀਆਂ ਹੋ ਰਹੀਆਂ ਹੈ, ਤਰ੍ਹਾਂ ਦੇ ਸਾਡੇ ਬੱਚੇ ਅੱਜ ਕੱਲ੍ਹ ਛੋਟੇ ਬੱਚੇ ਪੈਦਾ ਹੁੰਦੇ ਹੀ ਸਾਹ ਦੀ ਬਿਮਾਰੀ ਦਾ ਸ਼ਿਕਾਰ ਹੋ ਰਹੇ ਆ। ਕਿਸੇ ਨੂੰ ਕੋਈ ਬਿਮਾਰੀ ਹੋ ਰਹੀ ਹੈ, ਕਿਸੇ ਨੂੰ ਸਕਿਨ ਦੀ ਬਿਮਾਰੀ ਹੋ ਰਹੀ ਹੈ। ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਇਹ ਨਹੀਂ ਕਹਿੰਦੇ ਵੀ ਸਾਨੂੰ ਫੈਕਟਰੀ ਬੰਦ ਕੀਤੀ ਜਾਵੇ। ਅਸੀਂ ਸਾਡੀਆਂ ਮੰਗਾਂ ਇਹ ਕਿ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਤੇ ਜਿਹੜੀ ਹੋ ਰਹੀਆਂ ਬਿਮਾਰੀਆਂ ਉਹਨਾਂ ਤੇ ਰੋਕਥਾਮ ਪਾਈ ਜਾਵੇ, ਤੇ ਸਾਨੂੰ ਹਰ ਤਰ੍ਹਾਂ ਦੀ ਕੋਈ ਨਾ ਕੋਈ ਸਹੂਲਤ ਦਿੱਤੀ ਜਾਵੇ ਜਿਸ ਨਾਲ ਬਿਮਾਰੀਆਂ ਤੇ ਕੰਟਰੋਲ ਕੀਤਾ ਜਾਵੇ। ਦੂਸਰੀ ਗੱਲ, ਤੁਸੀਂ ਜਿਵੇਂ ਪੁੱਛਿਆ ਸੀਗਾ ਇਹਨਾਂ ਨੂੰ ਕਿ ਤੁਸੀਂ ਕੀ ਕਰ ਰਹੇ ਹੋ, ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਰਹੀ ਹਾਂ ਕਿ ਅਸੀਂ ਧਰਨਾ ਜਿਹੜਾ ਲਗਾਇਆ ਸੀ, ਸਾਡੇ ਤੇ 8 ਬੰਦਿਆਂ ਦੇ ਕੇਸ ਚੱਲ ਰਹੇ ਆ, ਜਿਹਦੇ ਵਿੱਚ ਮੇਰਾ ਨਾਮ ਵੀ ਹੈ। ਤੇ ਹੋਰ ਸਾਨੂੰ ਡਰਾਇਆ ਜਾਂਦਾ ਹੈ। ਲੋਕ ਅੱਜ ਤੁਸੀਂ ਕਹਿ ਰਹੇ ਕਿ ਗਿਣਤੀ ਘੱਟ ਹੋਣ ਦਾ ਕਾਰਨ ਇਹ ਹੈ ਕਿ ਅਸੀਂ ਪਿੰਡਾਂ ਵਿੱਚ ਘੁੰਮੇ ਸੀ, ਲੋਕਾਂ ਨੂੰ ਜਾਗਰੂਕ ਕੀਤਾ ਸੀ, ਪਰ ਕੁਝ ਜਿਹੜੇ ਚਮਚੇ ਫੈਕਟਰੀਆਂ ਵਿੱਚ ਜਿਨ੍ਹਾਂ ਦਾ ਕੋਈ ਹਿੱਸਾ ਪੱਤੀ ਹੈ ਜਾਂ ਜਿਨ੍ਹਾਂ ਨੇ ਆਪਣੀਆਂ ਗੱਡੀਆਂ, ਉਹ ਲੋਕਾਂ ਨੂੰ ਜਾ ਕੇ ਡਰਾਉਂਦੇ ਆ ਕਿ ਜਿਹੜਾ ਵੀ ਅਮੂਜਾ ਫੈਕਟਰੀ ਦੇ ਧਰਨੇ ਵਿੱਚ ਜਾਊਗਾ ਉਹਦੇ ਤੇ ਕੇਸ ਪਏ ਜਾਣਗੇ। ਇਸ ਕਰਕੇ ਕੁਝ ਲੋਕ ਡਰਦੇ ਨਹੀਂ ਆਏ, ਬਾਕੀ ਜਿਹੜੇ ਜਾਗਦੀਆਂ ਜ਼ਮੀਰਾਂ ਵਾਲੇ ਉਹ ਆਏ ਹੋਏ ਆ। ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹਾਂ ਕਿ ਇਸ ਫੈਕਟਰੀ ਦੇ ਜਿੰਨਾ ਵੀ ਪੋਲਿਊਸ਼ਨ ਹੈ ਉਸਨੂੰ ਦੁਬਾਰਾ ਵੱਧ ਤੋਂ ਵੱਧ ਚੈੱਕ ਕੀਤਾ ਜਾਵੇ ਤੇ ਆਉਣ ਵਾਲੀਆਂ ਨਸਲਾਂ ਨੂੰ ਬਚਾਇਆ ਜਾ ਸਕੇ। ਹਾਂਜੀ, ਕੀ ਨਾਮ ਹੈ ਤੁਹਾਡਾ ਜੀ? ਰੁਪਿੰਦਰ ਸਿੰਘ ਰੂਪਾ ਜੀ। ਕਿਵੇਂ ਦੇਖਦੇ ਹੋ ਜਿਹੜਾ ਅੱਜ ਧਰਨਾ ਲਗਾਇਆ ਗਿਆ ਫੈਕਟਰੀ ਦੇ ਖਿਲਾਫ? ਹਾਂਜੀ, ਕੀ ਲੱਗਦਾ ਹੈ ਕਿ ਜਿਹੜੀ ਫੈਕਟਰੀ ਦੀ ਕਾਰਵਾਈ ਜਿਹੜੀ ਹੈਗੀ ਆ ਕਿਉਂ ਸਵਾਲਾਂ ਦੇ ਵਿੱਚ? ਇਹ ਸਵਾਲਾਂ ਵਿੱਚ ਆ ਜੀ, ਜਿਹੜੀ ਸਾਡੇ ਬੱਚੇ ਆਉਣ ਵਾਲੇ ਪੀੜ੍ਹੀ ਆ ਸਾਡੀ, ਉਹ ਖਤਮ ਹੋਣ ਦੇ ਕਿਨਾਰੇ ਖੜ ਗਈ ਆ। ਜਿਹੜੇ ਬੱਚੇ ਗਾਹਾਂ ਜਨਮ ਵੀ ਲੈਂਦੇ ਆ ਉਹ ਵੀ ਡਿਲੀਵਰੀ ਤੋਂ ਪਹਿਲਾਂ ਹੀ ਜਨਮ ਹੋ ਜਾਂਦਾ ਹੈ। ਇਸ ਕਰਕੇ ਫੈਕਟਰੀ ਦਾ ਜਿਹੜਾ ਪ੍ਰਦੂਸ਼ਣ ਹੈ ਕੰਟਰੋਲ ਹੋਣਾ ਚਾਹੀਦਾ। ਉਰੇ ਆਮ ਬੰਦਿਆਂ ਨੂੰ ਜਿਹੜੀ ਆ ਨੌਕਰੀ ਮਿਲਣੀ ਚਾਹੀਦੀ ਆ, ਨਹੀਂ ਆਉਣ ਵਾਲੇ ਟਾਈਮ 'ਚ ਦਿੱਲੀ ਵਾਲਾ ਕੰਮ ਹੋਊਗਾ, ਐਡਾ ਬੜਾ ਧਰਨਾ ਲੱਗੂਗਾ ਕਿ ਫੈਕਟਰੀ ਵਾਲੇ ਦਲ ਤੇ ਬੰਦ ਹੋ ਜੂਗੀ ਇਹ।
ਤੁਸੀਂ ਬਾਕੀ ਇੱਥੇ ਜਿਹੜੇ ਨੁਮਾਇੰਦੇ ਹੈਗੇ ਇਹਨਾਂ ਨੇ ਵੀ ਦੱਸਿਆ ਕਿ ਕਾਫੀ ਚਿਰ ਤੋਂ ਸੰਘਰਸ਼ ਚੱਲ ਰਿਹਾ ਪਰ ਫੈਕਟਰੀ ਦੇ ਉੱਤੇ ਜੇ ਕੋਈ ਕਾਰਵਾਈ ਨਹੀਂ ਹੋ ਰਹੀ ਇਹਦਾ ਕਾਰਨ ਕਿਤੇ ਇਹ ਤਾਂ ਨਹੀਂ ਹੈਗਾ ਕਿ ਫੈਕਟਰੀ ਆਪਣੇ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਦੀ ਆ ਫੈਕਟਰੀ ਇਸ ਕਰਕੇ ਫੈਕਟਰੀ ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਇਹ ਲੋਕਾਂ ਨੂੰ ਵਿੱਚ ਜੀ ਗੱਠ ਲੰਨੇ ਆ, ਪਿੰਡਾਂ ਵਿੱਚ ਆ ਚਮਚੇ, ਉਹ ਚਮਚਿਆਂ ਨੂੰ ਮਗਰ ਲਾ ਲੈਂਦੇ ਆ, ਬਾਕੀ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਆ। ਪਰ ਹੁਣ ਕਿਸੇ ਨਾਲ ਨਹੀਂ ਡਰਨਾ ਹੈਗਾ। ਆਉਣ ਵਾਲੇ ਦਿਨਾਂ 'ਚ ਦੇਖਿਓ ਤੁਸੀਂ ਕਿੱਡਾ ਬੜਾ ਇਕੱਠ ਹੋਊਗਾ ਔਰ ਫੈਕਟਰੀ ਨੂੰ ਇੱਥੇ ਜਿੰਦਾ ਲੱਗੂਗਾ ਹੀ ਲੱਗੂਗਾ। ਇਹ ਤੁਸੀਂ ਕਹਿੰਦੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਕੱਠ ਹੋਊਗਾ। ਪਿਛਲੇ ਦਿਨਾਂ ਦੇ ਵਿੱਚ ਜਦੋਂ ਵੋਟਾਂ ਪੈ ਕੇ ਹਟੀਆਂ ਉਦੋਂ ਤਾਂ ਸਾਰੇ ਝੰਡੇ ਲੈ ਕੇ ਕੋਈ ਕਿਸੇ ਪਾਰਟੀ ਮਗਰ ਤੁਰਿਆ ਹੋਇਆ ਸੀ, ਕੋਈ ਕਿਸੇ ਪਾਰਟੀ ਦੇ ਪਿੱਛੇ ਤੁਰਿਆ ਹੋਇਆ ਸੀ। ਤੁਸੀਂ ਕਹਿੰਦੇ ਹੋ ਇੰਨੀਆਂ ਬਿਮਾਰੀਆਂ ਫੈਲੀਆਂ ਹੋਈਆਂ, ਲੋਕਾਂ ਦਾ ਜੀਣਾ ਦੁੱਭਰ ਹੋਇਆ। ਜੇ ਜੀਣਾ ਦੁੱਭਰ ਹੋਇਆ ਹੁੰਦਾ ਤਾਂ ਇੱਥੇ ਲੋਕ ਤਾਂ ਆਪ ਮੁਹਾਰੇ ਆ ਜਾਂਦੇ। ਫਿਰ ਉਹ ਸਾਡੇ ਵਰਗੇ ਜਿਹੜੇ ਚਮਚਾ ਚੱਕ ਆ ਜੀ ਤੁਰ ਪਏ ਨਾਲ। ਪਰ ਲੋਕਾਂ ਨੂੰ ਅਕਲ ਤਾਂ ਹੁਣ ਗਾਹਾਂ ਪਹਿਲਾਂ ਵੀ ਅਕਲ ਦਿੰਦੇ ਆ ਲੋਕਾਂ ਨੂੰ ਵੀ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਬਚਾ ਲਓ ਵੀ ਜਿੱਕਣਾ ਮੋਦੀ ਦੇ ਸਰੀਆ ਕੱਢਿਆ ਤਾਂ ਗਰਦਨ ਵਿੱਚ ਤੇ ਐਕਣੀ ਇਹਨਾਂ ਦੇ ਕੱਢ ਦਈਏ ਫੈਕਟਰੀ ਵਾਲਿਆਂ ਦੇ। ਇਹ ਫੈਕਟਰੀ ਬੰਦ ਹੋਵੇ ਜੇ ਨਹੀਂ ਪ੍ਰਦੂਸ਼ਣ ਆਪਣਾ ਕੰਟਰੋਲ ਕਰੇ। ਪਹਿਲਾਂ ਵੀ ਜਿਹੜੇ ਤੁਸੀਂ ਪ੍ਰਸ਼ਾਸਨ ਦੇ ਕੋਲ ਸ਼ਿਕਾਇਤਾਂ ਕੀਤੀਆਂ, ਕੰਪਲੇਂਟਾਂ ਕੀਤੀਆਂ, ਜਿਹੜੀ ਕਾਰਵਾਈ ਪਹਿਲਾਂ ਵੀ ਜਿਹੜੀ ਕਿਹਾ ਗਿਆ ਕਿ ਨਹੀਂ ਹੋਈ ਚੰਗੀ ਤਰ੍ਹਾਂ, ਹੁਣ ਤੁਹਾਨੂੰ ਉਮੀਦ ਹੈਗੀ ਆ ਜੇ ਨਹੀਂ ਹੁੰਦੀ ਤਾਂ ਕੀ ਕਰੋਗੇ? ਅਸੀਂ ਬੜਾ ਧਰਨਾ ਲਾਵਾਂਗੇ, ਰੋਡਾ ਜਾਮ ਕਰਾਂਗੇ ਸਾਰੇ ਪਾਸੇ ਤੇ, ਨਾ ਗੱਡੀ ਆਉਣ ਦਿੱਤੀ ਜਾਊਗੀ ਨਾ ਜਾਣ ਦਿੱਤੀ ਜਾਊਗੀ ਬਾਹਰ। ਪਿੰਡਾਂ ਦੇ ਲੋਕ ਵੀ ਮੌਜੂਦ ਨੇ, ਇਹਨਾਂ ਦੇ ਕੀ ਸਮੱਸਿਆਵਾਂ, ਕਿਉਂ ਇਹ ਧਰਨਾ ਲੱਗਿਆ ਹੋਇਆ, ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਤੁਹਾਡਾ, ਕਿ ਕਿਉਂ ਧਰਨਾ ਇਹ ਲਾਇਆ ਹੋਇਆ ਤੁਸੀਂ? ਮੇਰਾ ਨਾਮ ਤੇਜਿੰਦਰ ਸਿੰਘ, ਪਿੰਡ ਲੋਗੜ ਫਿੱਡੇ ਸਾਬਕਾ ਸਰਪੰਚ ਹੈ ਜੀ ਮੈਂ। ਇਹ ਫੈਕਟਰੀ ਇੱਥੋਂ ਲਗਾ 20-25 ਸਾਲਾਂ ਤੋਂ ਇੱਥੇ ਲੱਗੀ ਹੋਈ ਆ। ਇਹ ਉਦੋਂ ਤੋਂ ਹੀ ਲਗਾਤਾਰ ਸਾਡੇ ਇਲਾਕੇ 'ਚ ਪ੍ਰਦੂਸ਼ਣ ਫੈਲਾ ਰਹੀ ਹੈ। ਅਸੀਂ ਪਿਛਲੇ ਕਈ ਸਾਲਾਂ ਤੋਂ ਇਸ ਦੇ ਵਿਰੁੱਧ ਸਰਕਾਰਾਂ ਨੂੰ ਵਾਰ-ਵਾਰ ਲਿਖਤੀ ਸ਼ਿਕਾਇਤਾਂ ਦੇ ਚੁੱਕੇ ਹਾਂ, ਪ੍ਰਸ਼ਾਸਨ ਨੂੰ ਦੇ ਚੁੱਕੇ ਹਾਂ, NGT ਨੂੰ ਦੇ ਚੁੱਕੇ ਹਾਂ ਤੇ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਦਿੱਲੀ ਨੂੰ ਦੇ ਚੁੱਕੇ ਹਾਂ, ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਪੰਜਾਬ ਨੂੰ ਵੀ ਦੇ ਚੁੱਕੇ ਹਾਂ। ਬਹੁਤ ਲੰਬੇ ਸੰਘਰਸ਼ ਤੋਂ ਬਾਅਦ ਅਸੀਂ ਇਹ ਅੱਜ ਧਰਨਾ ਲਿਖਿਆ। ਸਾਡੀ ਗੱਲ ਸੁਣੀ ਨਹੀਂ ਜਾਂਦੀ। ਇਹ ਇੱਥੇ ਜਿਹੜੀਆਂ ਸਰਕਾਰ ਨੇ ਗਾਈਡਲਾਈਨਸ ਬਣਾਈਆਂ ਹੋਈਆਂ ਫੈਕਟਰੀ ਨੂੰ ਚਲਾਉਣ ਲਈ ਤੇ ਡਰਾਈ ਐਸ਼ ਚੱਕਣ ਲਈ ਡੈਕਾਂ 'ਚੋਂ, ਇਹਦੀ ਬਿਲਕੁਲ ਉਲੰਘਣਾ ਹੋ ਰਹੀ ਹੈ। ਪਿਛਲੀ ਵਾਰ ਇੱਥੇ ਸਾਡੇ DSP ਸਾਹਿਬ ਆਏ ਸੀ, ਅਸੀਂ ਉਹਨਾਂ ਨੂੰ ਵੀ ਦੱਸਿਆ ਸੀ। ਉਹ ਸਾਡੇ ਤੋਂ ਮੰਗਾਂ ਪੁੱਛਦੇ ਸੀ। ਅਸੀਂ ਕਿਹਾ ਸਾਡੀਆਂ ਮੰਗਾਂ ਕੋਈ ਨਹੀਂ, ਸਾਡੀਆਂ ਮੰਗਾਂ ਨਹੀਂ ਹੈਗੀਆਂ। ਅਸੀਂ ਤਾਂ ਚਾਹੁੰਦੇ ਹਾਂ ਵੀ ਜਿਹੜੀਆਂ ਸਰਕਾਰ ਨੇ ਗਾਈਡਲਾਈਨਸ ਬਣਾਈਆਂ ਹੋਈਆਂ ਫੈਕਟਰੀਆਂ ਨੂੰ ਚਲਾਉਣ ਲਈ ਉਹਨਾਂ ਨੂੰ ਤੁਸੀਂ ਫੋਲੋ ਕਰਵਾਓ। ਇਹ ਪ੍ਰਸ਼ਾਸਨ ਦਾ ਕੰਮ ਹੁੰਦਾ ਫੋਲੋ ਕਰਵਾਉਣਾ। ਪ੍ਰਸ਼ਾਸਨ ਜਿਹੜਾ ਕੰਮ ਕਰ ਨਹੀਂ ਰਿਹਾ ਉਸ ਦੇ ਲਈ ਸਾਨੂੰ ਇਹ ਧਰਨਾ ਲਾਣਾ ਪੈ ਰਿਹਾ ਹੈ। ਸਾਡੇ ਇਲਾਕੇ ਦੇ ਵਿੱਚ ਬਹੁਤ ਹੀ ਗੰਭੀਰ ਬਿਮਾਰੀਆਂ, ਮੇਰਾ ਪਿੰਡ ਨਾਲ ਹੀ ਹੈ 1.5-2 ਕਿਲੋਮੀਟਰ ਤੇ ਸਾਡੇ ਪਿੰਡ ਦੇ ਖੜੇ ਨੇ ਬੰਦੇ, ਇਹਨਾਂ ਦੋਨਾਂ ਨੂੰ ਸਕਿਨ ਪ੍ਰੋਬਲਮ ਹੈ। ਸਾਡੇ ਪਿੰਡ ਘੱਟੋ ਘੱਟ ਵੀ 35-40 ਬੰਦਿਆਂ ਨੂੰ ਸਕਿਨ ਪ੍ਰੋਬਲਮ ਹੈ। 15 ਤੋਂ 20 ਬੰਦੇ ਗੰਭੀਰ ਰੋਗ ਕੈਂਸਰ ਨਾਲ ਪੀੜਤ ਨੇ, ਜਿਨ੍ਹਾਂ 'ਚ ਮੇਰੇ ਮਾਤਾ ਜੀ ਵੀ ਪੀੜਤ ਨੇ। ਸਾਡੀ ਗੱਲ ਕਿਤੇ ਨਹੀਂ ਸੁਣੀ ਜਾ ਰਹੀ। ਅਸੀਂ ਸਰਕਾਰਾਂ ਨੂੰ ਵੀ ਪਿਛਲੀਆਂ ਨੂੰ ਕਹਿ ਚੁੱਕੇ ਹਾਂ, ਮੌਜੂਦਾ ਤੇ ਪੁਰਾਣੇ MLA MPs ਨੂੰ ਵੀ ਅਸੀਂ ਆਪਣੀ ਮੰਗ ਦੱਸ ਚੁੱਕੇ ਹਾਂ ਵੀ ਅਸੀਂ ਬਹੁਤ ਜ਼ਿਆਦਾ ਪੀੜਤ ਹੈ, ਸਾਡੇ ਇਲਾਕੇ ਦਾ ਕੁਝ ਕਰੋ। ਪਰ ਇੱਕ ਬਹੁਤ ਵੱਡਾ ਕਾਰਪੋਰੇਟ ਅਦਾਰਾ ਹੈ ਜਿਹੜਾ ਕਿ ਸਰਕਾਰਾਂ ਤੇ ਪ੍ਰਸ਼ਾਸਨ ਨੂੰ ਮੈਨੇਜ ਕਰਕੇ ਰੱਖਦਾ ਹੈ। ਆਮ ਬੰਦੇ ਦੀ ਇੱਥੇ ਗੱਲ ਬਿਲਕੁਲ ਸੁਣਵਾਈ ਨਹੀਂ ਹੁੰਦੀ ਤੇ ਤਾਂ ਸਾਨੂੰ ਅੱਜ ਜਦੋਂ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋਈ ਤਾਂ ਅਸੀਂ ਧਰਨਾ ਲਾ ਰਹੇ ਹਾਂ। ਅਸੀਂ ਪਿਛਲੇ 2 ਸਾਲਾਂ ਤੋਂ ਕੋਰਟ ਦੇ ਵਿੱਚ ਵੀ ਇੱਕ ਦਾਇਰ ਕੀਤਾ ਹੋਇਆ ਵੀ ਸਾਡੇ ਜਿਹੜੇ ਟਰਾਂਸਪੋਰਟ ਜਾ ਰਹੀ ਹੈ ਇੱਥੋਂ ਬਹੁਤ ਹੀ ਓਵਰਲੋਡ ਜਾ ਰਹੀ ਹੈ ਤੇ ਜਿਹੜੇ ਓਪਨ ਬਾਡੀ ਟਰੱਕਾਂ ਦੇ ਵਿੱਚ ਫਲਾਈ ਐਸ਼ ਜਾ ਰਹੀ ਹੈ ਉਹ 3-4 ਕਿਲੋਮੀਟਰ ਦੇ ਵਿੱਚ ਫਲਾਉਂਦੇ ਜਾਂਦੇ। ਸਾਡੇ ਬੱਚੇ ਜਾਂਦੇ ਆ ਪੜ੍ਹਨ ਸਕੂਲਾਂ ਤੇ, ਉਹਨਾਂ ਦੀਆਂ ਅੱਖਾਂ 'ਚ ਪੈਂਦੇ ਆ। ਸਾਡਾ ਬੁਰਾ ਹਾਲ ਹੈ, ਤੁਸੀਂ ਸੜਕ ਆਪ ਦੇਖ ਸਕਦੇ ਹੋ। ਸਾਡੀ ਸੜਕ ਤੇ 2-2 ਇੰਚ ਸਵਾਹ ਜਮੀ ਰਹਿੰਦੀ ਆ ਤੇ ਇੱਥੇ ਇੱਕ ਕਲਿੰਕਰ ਹੈ, ਕਲਿੰਕਰ ਆਂਦਾ ਉਹ ਸਾਡੀਆਂ ਘਰਾਂ ਦੀਆਂ ਗੱਡੀਆਂ ਤੇ, ਸਾਡੇ ਕਾਰਾਂ ਦੇ ਸ਼ੀਸ਼ਿਆਂ ਤੇ, ਅਸੀਂ ਕੱਪੜੇ ਬਾਹਰ ਰਾਤ ਨੂੰ ਸੁੱਕਣੇ ਨਹੀਂ ਪਾ ਸਕਦੇ। ਸਾਡਾ ਬਹੁਤ ਬੁਰਾ ਹਾਲ ਹੈ। ਇਸ ਲਈ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਵੀ ਸਾਨੂੰ ਇਹ ਧਰਨੇ ਨਾ ਲਾਉਣੇ ਪੈਣ, ਤੁਸੀਂ ਸਾਡਾ ਇਹ ਮਸਲਾ ਹੱਲ ਕਰ ਦਿਓ। ਬਾਈ ਜੀ ਕੀ ਨਾਮ ਹੈ ਤੁਹਾਡਾ? ਵਿੱਕੀ ਧੀਮਾਨ ਜੀ। ਕੀ ਸਮੱਸਿਆਵਾਂ ਤੁਹਾਡੀਆਂ ਜਿਹੜੀਆਂ ਹੈਗੀਆਂ, ਕਿਹੜੇ ਸਮੱਸਿਆਵਾਂ ਜਿਹੜੀ ਤੁਹਾਨੂੰ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ, ਕਿਹੜੀਆਂ ਮੁਸ਼ਕਲਾਂ ਜਿਹੜੀਆਂ ਇਹਦੇ ਕਰਕੇ ਆ ਰਹੀਆਂ ਤੁਹਾਨੂੰ ਫੈਕਟਰੀ ਕਰਕੇ? ਸਾਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੀ। ਮੈਂ ਤੁਹਾਡੇ ਕੈਮਰਾਮੈਨ ਸਾਹਿਬ ਨੂੰ ਕਹਾਂਗਾ ਇੱਕ ਵਾਰੀ ਦਰਖਤ ਦਿਖਾਓ, ਦੇਖੋ ਕਿਵੇਂ ਇਹਨਾਂ ਤੇ ਸਵਾਹ ਜਮੀ ਹੋਈ ਹੈ। ਅੱਗੇ ਘਰਾਂ ਦੇ ਵਿੱਚ ਜਦੋਂ ਥੋੜੀ ਵੀ ਹਵਾ ਚੱਲਦੀ ਹੈ ਤਾਂ ਸਵਾਹ ਆ ਜਾਂਦੀ ਹੈ। ਸਾਡੇ ਜਿਹੜੇ ਡੰਗਰ ਹੈ, ਠੀਕ ਹੈ ਜੀ, ਉਹਨਾਂ ਦੇ ਅੰਦਰ ਵੀ ਇਸ ਦਾ ਫਸਲਾਂ ਦੇ ਕਾਰਨ ਜਾਂਦਾ ਹੈ ਤਾਂ ਸਿੱਧੇ ਤੌਰ ਤੇ ਉਹਦਾ ਸਾਨੂੰ ਹੀ ਨੁਕਸਾਨ ਹੁੰਦਾ ਹੈ। ਅੱਜ ਕੈਂਸਰ ਵਰਗੀ ਜਿਹੜੀ ਸਮੱਸਿਆ ਹੈ, ਮੈਂ ਕਹਿੰਦਾ ਕੋਈ ਹੀ ਪਿੰਡ ਹੋਊਗਾ ਜਿੱਥੇ ਕੈਂਸਰ ਦਾ ਕੋਈ ਪੇਸ਼ੈਂਟ ਨਾ ਹੋਵੇ। ਹਰ ਪਿੰਡ ਦੇ ਵਿੱਚ ਮੌਜੂਦ ਹੈ। ਮੇਰੇ ਚਾਚੀ ਜੀ ਹੈ, ਪਹਿਲਾਂ ਕਲੋਨੀ ਰਹਿੰਦੇ ਸੀ, ਹੁਣ ਰੋਪੜ ਰਹਿਣ ਲੱਗੇ, ਉਹਨਾਂ ਨੂੰ ਕੈਂਸਰ ਹੋ ਚੁੱਕਿਆ। ਉਸ ਤੋਂ ਵੀ ਜ਼ਿਆਦਾ ਦੁਖਦਾਇਕ ਗੱਲ ਇਹ ਹੈ ਭਾਜੀ
8 ਸਾਲ ਦਾ ਮੇਰਾ ਇੱਕ ਦੋਸਤ ਹੈ, ਉਸਦਾ ਬੇਟਾ ਹੈ 8 ਸਾਲ ਦਾ, ਪ੍ਰਦੀਪ ਸਿੰਘ ਉਸਦਾ ਨਾਮ ਹੈ। ਉਸਦੇ ਬੇਟੇ ਨੂੰ ਵੀ ਕੈਂਸਰ ਹੋ ਚੁੱਕਿਆ। ਪਹਿਲੇ ਸਮਿਆਂ ਵਿੱਚ ਸੁਣੇ ਕਰਦੇ ਸੀ ਕਿ ਜਿਹੜੇ ਸਿਗਰਟਾਂ ਬੀੜੀਆਂ ਜਰਦਾ ਪੀ ਖਾਂਦੇ ਆ ਉਹਨਾਂ ਨੂੰ ਕੈਂਸਰ ਹੁੰਦਾ। ਦੱਸੋ ਸਾਡੀਆਂ ਮਾਤਾਵਾਂ ਨੇ, ਸਾਡੇ ਬਜ਼ੁਰਗਾਂ ਨੇ ਕਿਹੜੇ ਨਸ਼ੇ ਕਰ ਲਏ, ਕਿਹੜੇ ਤੰਬਾਕੂ ਪੀ ਲਏ ਕਿ ਅੱਜ ਕੈਂਸਰ ਹੈ। ਉਸਦੀ ਇੱਕੋ ਵਜ੍ਹਾ ਹੈ ਕਿ ਜਿਹੜੀ ਇਹ ਸਵਾਹ ਹੈ ਤੇ ਜਿਹੜਾ ਇਹ ਪੋਲਿਊਸ਼ਨ ਹੈ, ਇਹਦੇ ਕਰਕੇ ਜਿਹੜਾ ਸਾਡਾ ਵਾਤਾਵਰਣ ਹੈ ਉਹ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਉਸਦਾ। ਜੇ ਫੈਕਟਰੀ ਨੇ ਇਹ ਚੀਜ਼ਾਂ ਦਿੱਤੀਆਂ ਤਾਂ ਨੌਕਰੀਆਂ ਵੀ ਫਿਰ ਸਾਰਿਆਂ ਨੂੰ ਦਿੱਤੀਆਂ ਹੋਣਗੀਆਂ। ਆਸੇ-ਪਾਸੇ ਪਿੰਡਾਂ ਵਿੱਚ ਨੌਕਰੀਆਂ ਦਿੱਤੀਆਂ ਹੋਈਆਂ ਫੈਕਟਰੀ ਨੇ। ਜੀ ਸਰ, ਨੌਕਰੀਆਂ ਦਿੱਤੀਆਂ, ਲੇਕਿਨ ਜਿਵੇਂ ਕਿ ਹਿਮਾਚਲ ਦੇ ਵਿੱਚ ਹੈ, ਸਾਡੀ ਇੱਕ ਇਹ ਵੀ ਮੰਗ ਹੈ, ਹਿਮਾਚਲ ਦੇ ਵਿੱਚ 70 ਤੋਂ 75% ਹਿਮਾਚਲੀ ਹੈ। ਲੇਕਿਨ ਅਗਰ ਅਸੀਂ ਆਪਣੇ ਪੰਜਾਬ ਦੀ, ਅਸੀਂ ਇਸ ਅੰਬੂਜਾ ਦੀ ਗੱਲ ਕਰਦੇ ਆ ਤਾਂ 70 ਤੋਂ 75% ਬਾਹਰਲੇ ਲੋਕ ਹੈ। ਚਲੋ ਅਸੀਂ ਮੰਨਦੇ ਆ ਉਹ ਸਾਡੇ ਹੀ ਦੇਸ਼ ਦੇ ਆ, ਲੇਕਿਨ ਜਿਹੜੇ ਅਸੀਂ ਪੀੜਤ ਹੈ, ਜਿਹੜੇ ਅਸੀਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਆ, ਸਾਡਾ ਹੱਕ ਬਣਦਾ ਹੈ। ਮੈਂ ਤੁਹਾਨੂੰ ਆਪਣੇ ਪਿੰਡ ਦੀ ਗੱਲ ਦੱਸਣਾ ਚਾਹਾਂਗਾ। 3 ਮੁੰਡੇ ਮੇਰੇ ਪਿੰਡ ਘਨੌਲੀ ਦੇ ਬਾਹਰ ਗਏ ਜੀ, ਠੀਕ ਹੈ ਜੀ। ਘਰ ਤੋਂ ਬਾਹਰ ਜਦੋਂ ਉਰੇ ਰੋਟੀ ਨਹੀਂ ਮਿਲੀ ਤਾਂ ਉਹ ਬਾਹਰ ਗਏ ਜੀ ਰੋਟੀ ਕਮਾਉਣ, ਤਾਂ ਉਹ ਤਿੰਨਾਂ ਦੀਆਂ ਨੌਜਵਾਨਾਂ ਦੀਆਂ ਲਾਸ਼ਾਂ ਵਾਪਸ ਆਉਂਦੀਆਂ ਜੀ। ਕਿਉਂ? ਕਿਉਂਕਿ ਬਾਹਰ ਉਹਨਾਂ ਦੀ ਡੈਥ ਹੋ ਜਾਂਦੀ ਹੈ। ਅਗਰ ਘਰ ਦੇ ਵਿੱਚ ਰੋਜ਼ਗਾਰ ਮਿਲੇ ਤਾਂ ਕਿਉਂ ਲੋਕੀ ਬਾਹਰ ਜਾਣ? ਸੋ ਸਾਡੀ ਇਹ ਮੰਗ ਹੈ, ਪ੍ਰਸ਼ਾਸਨ ਸਰਕਾਰ ਤਾਂ ਕੋਈ ਨਹੀਂ ਰਹੀ ਹੈ, ਲੇਕਿਨ ਸਾਡੀ ਇਹੋ ਮੰਗ ਹੈ ਕਿ ਜਿਹੜੇ ਸਾਡੇ ਲੋਕਲ ਹੈ ਉਹਨਾਂ ਨੂੰ ਰੋਜ਼ਗਾਰ ਸਿੱਧੇ ਜਾਂ ਅਸਿੱਧੇ ਰੂਪ ਤੋਂ ਦੇਣੇ ਚਾਹੀਦੇ। 1600 ਗੱਡੀਆਂ ਸੀ ਰੋਪੜ ਯੂਨੀਅਨ ਦੀਆਂ ਜੀ, 1750 1800 ਅਪਰੋਕਸੀਮੇਟ ਗੱਡੀਆਂ ਸੀ ਜੀ, ਜਿਹੜੀਆਂ ਸਿਰਫ 300 ਰਹਿ ਚੁੱਕੀਆਂ। ਕਿਉਂ? ਕਿਉਂਕਿ ਇਹ ਜਿਹੜੇ ਇਹਨਾਂ ਦੇ ਚਮਚੇ ਹੈ ਟਰਾਂਸਪੋਰਟਰ, ਕੋਈ ਜਿਹੜੇ ਮਾੜੀ ਮੋਟੀ ਰਾਜਨੀਤਿਕ ਦਾ ਲਾਹਾ ਲੰਦੇ ਹੋਏ ਉਹਨਾਂ ਨੂੰ ਟਰਾਂਸਪੋਰਟਾਂ ਦੇਈ ਜਾ ਰਹੇ ਆ, ਤੇ ਸਾਡੇ ਜਿਹੜੇ ਆਮ ਲੋਕ ਹੈ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਵੀਰ ਜੀ। ਬਾਈ ਜੀ, ਜਿਹੜਾ ਹੁਣ ਤੁਸੀਂ ਕਹਿ ਰਹੇ ਹੋ ਕਿ ਇੰਨਾ ਨੁਕਸਾਨ ਹੋ ਰਿਹਾ ਹੈ, ਪਿੰਡ ਵੀ ਬਹੁਤ ਹੈ ਆਸੇ-ਪਾਸੇ, ਪਰ ਲੋਕ ਵੱਡੀ ਗਿਣਤੀ ਦੇ ਵਿੱਚ ਨਾ ਆਉਣ ਦਾ ਕਾਰਨ ਕੀ ਹੈ? ਨਾ ਆਉਣ ਦਾ ਕਾਰਨ ਹੈ ਜੀ, ਮੈਂ ਤੁਹਾਡੇ ਕੈਮਰਾਮੈਨ ਸਾਹਿਬ ਨੂੰ ਕਹੂੰਗਾ, ਇਹ ਜਿਹੜੇ ਇਹ ਡਰਾਬੇ ਦਿੰਦੇ ਆ। ਹੁਣ ਇਹ ਕੱਲ ਇਹਨਾਂ ਨੇ ਮੈਨੂੰ ਸੰਮਣ ਭੇਜ ਦਿੱਤਾ, ਦੇਖੋ ਅੰਬੂਜਾ ਵਰਸਸ ਵਿੱਕੀ ਤੇ ਮਾਨ, ਠੀਕ ਹੈ ਜੀ। ਇਹਨਾਂ ਨੇ ਭੇਜ ਦਿੱਤਾ, ਲੋਕਾਂ ਨੂੰ ਡਰਾਉਂਦੇ ਆ ਜੀ। ਇਹ ਕਿਉਂ ਭੇਜਿਆ? ਕਿਹੜੀ ਗੱਲੋਂ ਭੇਜਿਆ ਤੁਹਾਨੂੰ ਸੰਮਣ? ਇਹ ਬਿਨ ਮਤਲਬ ਤੋਂ ਬਸ ਡਰਾਉਣ ਦੇ ਲਈ। ਕਾਰਨ ਤਾਂ ਦੱਸਿਆ ਹੋਊਗਾ ਇਹਦੇ ਵਿੱਚ। ਇਸ ਦੇ ਵਿੱਚ ਕਾਰਨ ਦੱਸਿਆ ਕਿ ਹਾਂਜੀ ਸਾਨੂੰ ਪਰੇਸ਼ਾਨ ਕਰਦੇ, ਸਾਡੀਆਂ ਗੱਡੀਆਂ ਰੋਕਦੇ, ਇਹ ਉਹ, ਠੀਕ ਹੈ ਜੀ। ਅਸੀਂ ਆਪਣੇ ਹੱਕਾਂ ਦੇ ਲਈ ਖੜੇ ਹੈ ਜੀ ਤੇ ਖੜਦੇ ਰਵਾਂਗੇ। ਅਜਿਹੇ ਪਰਚਿਆਂ ਦੀ ਅਸੀਂ ਨਾ ਪਰਵਾਹ ਕਰਦੇ ਆ, ਅਜਿਹੇ ਕੇਸਾਂ ਦੀ ਅਸੀਂ ਨਾ ਪਰਵਾਹ ਕਰੀ ਹੈ। ਆਪਣੇ ਇਲਾਕੇ ਦੇ ਲਈ ਇਹੋ ਜਿਹੇ 100 ਪਰਚੇ ਸਾਨੂੰ ਕਬੂਲ ਹੈ ਜੀ। ਪਰ ਫੈਕਟਰੀ ਤਾਂ ਇਨਕਾਰ ਕਰਦੀ ਹੈ ਨਾ ਮੁੱਢੋਂ ਇਸ ਚੀਜ਼ ਦਾ ਕਿ ਸਾਡੇ ਵੱਲੋਂ ਤਾਂ ਪੋਲਿਊਸ਼ਨ ਫੈਲਾਇਆ ਹੀ ਨਹੀਂ ਜਾ ਰਿਹਾ। ਨਾ ਸਾਡੀਆਂ ਜਿਹੜੀ ਗੱਡੀਆਂ ਜਦੋਂ ਬਾਹਰ ਨਿਕਲਦੀਆਂ ਉਦੋਂ ਤੱਕ ਬਾਹਰ ਨਹੀਂ ਜਾਂਦੀਆਂ, ਜਦੋਂ ਤੱਕ ਪ੍ਰੋਪਰ ਚੈੱਕ ਨਹੀਂ ਕਰ ਲਿਆ ਜਾਂਦਾ, ਉਹਨਾਂ ਨੂੰ ਬਾਰ-ਬਾਰ ਕ੍ਰਾਸ ਚੈੱਕ ਨਹੀਂ ਕੀਤਾ ਜਾਂਦਾ ਕਿ ਗੱਡੀ ਪੂਰੀ ਤੌਰ ਤੇ ਢੱਕੀ ਹੋਈ ਹੈ। ਉਹਦੇ ਵਿੱਚੋਂ ਸਵਾਹ ਉੱਡਣ ਦਾ ਕੋਈ ਵੀ ਜਦੋਂ ਕਾਰਨ ਨਹੀਂ ਵੱਜਦਾ, ਉਸ ਸਮੇਂ ਗੱਡੀ ਬਾਹਰ ਆਉਂਦੀ ਉੱਥੋਂ। ਤੁਹਾਡੇ ਕਹਿਣ ਤੋਂ ਭਾਵ ਜਿਹੜੀ ਤਰਪਾਲ ਦੇ ਨਾਲ ਢੱਕੀ ਹੋਈ ਹੈ ਜੀ। ਸਰ, ਜੋ ਕਾਨੂੰਨਨ ਹੈ, ਤੁਸੀਂ ਤਰਪਾਲ ਦੇ ਨਾਲ ਵੀ ਢੱਕ ਕੇ ਨਹੀਂ ਲੈ ਕੇ ਜਾ ਸਕਦੇ। ਇਸ ਦੇ ਵਾਸਤੇ ਸਪੈਸ਼ਲ ਮਕੈਨੀਕਲ ਇੱਕ ਗੱਡੀ ਬਣਾਈ ਜਾਊਗੀ, ਉਸ ਦੇ ਵਿੱਚ ਤੁਸੀਂ ਲੈ ਕੇ ਜਾ ਸਕਦੇ ਆ ਜੀ। ਐਵੇਂ ਤੁਸੀਂ ਤਰਪਾਲਾਂ ਪਾ ਕੇ ਨਹੀਂ ਲੈ ਜਾ ਸਕਦੇ। ਸਾਡੇ ਜਿਹੜੀ ਆ ਬੈਕ ਸਾਈਡ ਤੇ ਦੂਜੀ ਗੱਲ ਇਹ ਕਹਿੰਦੇ ਅਸੀਂ ਪੋਲਿਊਸ਼ਨ ਨਹੀਂ ਫੈਲਾਉਂਦੇ। ਮੈਂ ਤੁਹਾਨੂੰ ਹੁਣੇ ਮੈਂ ਚੈਲੰਜ ਕਰਦਾ ਇਹਨਾਂ ਨੂੰ, ਤੁਸੀਂ ਸਾਡੇ ਨਾਲ ਚੱਲੋ। ਇੱਧਰ ਜਿਹੜਾ ਰਣਜੂਤਪੁਰ ਦੇਖੋ, ਜਾ ਕੇ ਸੜਕਾਂ ਦਾ ਹਾਲ ਦੇਖੋ ਜੀ। ਇਹ ਸਾਨੂੰ ਦਬਾਉਣ ਦੇ ਲਈ ਇਹੋ ਜਿਹੇ ਕੇਸ-ਕੂਸ ਦੀਆਂ ਗੱਲਾਂ ਕਰਦੇ, ਇਸ ਦੀ ਕੋਈ ਬਿਲਕੁਲ ਹੀ ਬੇਬੁਨਿਆਦ ਹੈ। ਇਹਨਾਂ ਵੱਲੋਂ ਪ੍ਰਦੂਸ਼ਣ ਫੈਲਾਇਆ ਜਾਂਦਾ ਹੈ। ਮੈਂ ਬਹੁਤ ਸਿੱਧੇ ਤੌਰ ਤੇ ਇੱਕ ਹੋਰ ਗੱਲ ਕਹਿਣੀ ਚਾਹੁੰਦਾ, ਫੈਕਟਰੀ ਬੰਦ ਹੋ ਜਾਵੇ, ਇਸ ਦੇ ਅਸੀਂ ਹੱਕ ਦੇ ਵਿੱਚ ਨਹੀਂ ਹੈ, ਲੇਕਿਨ ਕਾਨੂੰਨਨ ਤੌਰ ਤੇ ਜਿਵੇਂ ਇਹ ਪ੍ਰਦੂਸ਼ਣ ਫੈਲਾਉਂਦੇ ਆ, ਇਹ ਨਾ ਫੈਲਾਏ। ਜਿਹੜਾ ਇਹਨਾਂ ਦਾ CSR ਦਾ ਪੈਸਾ ਆਂਦਾ ਹੈਗਾ ਹੈ, ਉਹ ਪੈਸਾ ਜਿਹੜੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਆ, ਬਾਈ ਜੀ ਨੂੰ ਸਕਿਨ ਦੀ ਪ੍ਰੋਬਲਮ ਹੈ, ਹੁਣੇ ਅੰਕਲ ਜੀ ਖੜੇ ਸੀ ਉਰੇ, ਉਹਨਾਂ ਨੂੰ ਸਕਿਨ ਦੀ ਪ੍ਰੋਬਲਮ ਹੈ। ਘੱਟੋ ਘੱਟ ਜਿਨ੍ਹਾਂ ਨੂੰ ਕੈਂਸਰ ਹੋ ਚੁੱਕਿਆ, ਘੱਟੋ ਘੱਟ ਉਹਨਾਂ ਦੇ ਇਲਾਜ ਤੇ ਇਹ ਖਰਚਣ। ਸਾਡੀਆਂ ਅਜਿਹੀਆਂ ਮੰਗਾਂ ਇਹਨਾਂ ਦੇ ਕੋਲੋਂ। ਭਾਈ, ਕਿਹੜੀ ਸਕਿਨ ਦੀ ਪ੍ਰੋਬਲਮ ਹੈ ਤੁਹਾਨੂੰ? ਹੈ ਜੀ, ਹਾਂਜੀ ਹਾਂਜੀ, ਦਿਖਾਇਓ ਸਕਿਨ ਦੀ ਪ੍ਰੋਬਲਮ ਆਪਣੀ। ਇਹ ਤੁਹਾਨੂੰ ਡਾਕਟਰ ਨੇ ਦੱਸਿਆ ਕਿ ਤੁਹਾਨੂੰ ਇਸ ਕਰਕੇ ਹੋ ਰਹੀ ਹੈ ਪ੍ਰੋਬਲਮ? ਹਾਂਜੀ ਐਲਰਜੀ ਕਹਿੰਦੇ ਮਤਲਬ ਪੋਲਿਊਸ਼ਨ ਤੋਂ ਆਇਆ ਜ਼ਿਆਦਾ ਕਰਕੇ। ਹਾਂਜੀ, ਤੁਹਾਨੂੰ ਜਿਹੜੀ ਇਹ ਐਲਰਜੀ ਹੈ ਤੁਹਾਨੂੰ ਦੱਸਿਆ ਡਾਕਟਰ ਨੇ ਕਿ? ਹਾਂਜੀ ਬਿਲਕੁਲ, ਇਹ ਪੋਲਿਊਸ਼ਨ ਤੋਂ ਐਲਰਜੀ ਹੈਗੀ। ਇਹ ਪੋਲਿਊਸ਼ਨ ਤੋਂ ਹੈ, ਜਿਹੜੀ ਸਵਾਹ ਉੱਠਦੀ ਇਸ ਤੋਂ ਐਲਰਜੀ ਹੈ? ਹਾਂਜੀ ਬਿਲਕੁਲ, ਰਾਖ ਜਿਹੜੀ ਇਹ ਚੱਲਦੀ ਹੈ। ਇਹ ਤੁਹਾਡੀ ਰਿਪੋਰਟਾਂ ਵਿੱਚ ਹੈ, ਡਾਕਟਰ ਨੇ ਕਹਿ ਦਿੱਤਾ? ਹਾਂਜੀ ਰਿਪੋਰਟਾਂ ਵਿੱਚ ਹੈਗੀਆਂ, ਪਰ ਹੁਣ ਮੈਂ ਰੱਖੀਆਂ ਨਹੀਂ ਰਿਪੋਰਟਾਂ ਕੋਲ। ਹਾਂ, ਮੈਨੂੰ 1.5-2 ਸਾਲ ਹੋ ਗਏ ਮੈਨੂੰ ਦਵਾਈ ਖਾਂਦੇ ਨੂੰ। ਇਸ ਤਰ੍ਹਾਂ ਦੀ ਐਲਰਜੀ ਤੁਹਾਨੂੰ ਦਿਖਾਈਏ, ਉਹ ਦੇਖੋ ਗੱਡੀ ਦੇ ਥੱਲੇ, ਔਰ ਉਹ ਪਿੱਛੇ ਰਾਖ ਜਿਹੜੀ ਉੜਦੀ ਜਾਂਦੀ ਆ, ਉਹਨੂੰ ਦੇਖੋ ਤੁਸੀਂ, ਉਹ ਦੇਖੋ ਥੱਲੇ ਗਿਰੀ ਹੋਈ ਆ। ਆਪਾਂ ਇਹ ਕਹਿੰਦੇ ਆ ਪ੍ਰਸ਼ਾਸਨ ਨੂੰ ਜੀ, ਮੇਰਾ ਨਾਮ ਲਖਵੀਰ ਸਿੰਘ ਹੈ ਜੀ, ਪਿੰਡ ਡਕਾਲਾ ਜੀ ਮੇਰਾ। ਬਈ ਪ੍ਰਸ਼ਾਸਨ ਇਹ ਕਹਿੰਦਾ, ਕੰਪਨੀ ਇਹ ਗਾਰੰਟੀ ਦਿੰਦੀ ਹੈ ਵੀ ਸਾਡੀਆਂ ਗੱਡੀਆਂ ਸਾਫ਼ ਹੋ ਕੇ ਜਾਂਦੀਆਂ, ਧੋ ਕੇ ਟਾਇਰ ਲੈ ਕੇ ਜਾਂਦੇ ਆ। ਅਸੀਂ ਇਹਨਾਂ ਨੂੰ ਚੈਲੰਜ ਕਰਦੇ ਆ, ਗੱਡੀ ਰੋਡ ਤੇ ਕੱਢੇ ਜੀ, ਪਿੱਛੇ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਸਾਡੇ ਨਾਲ ਮੋਟਰਸਾਈਕਲ ਤੇ ਬੈਠੇ, ਆਪਣੇ ਆਪ ਖੁਦ ਦੇਖੇ ਵੀ ਕਿੰਨਾ ਪੋਲਿਊਸ਼ਨ ਹੋ ਰਿਹਾ। ਜੇ ਉਹਦੇ ਰੁਮਾਲ ਲਾ ਕੇ ਨਾ ਉਹਦੇ ਚੋਂ ਨਿਕਲੀ ਸਵਾਹ ਮੂੰਹ ਚੋਂ, ਤਾਂ ਬੰਦਾ ਕਹੇ ਜੀ। ਦੂਜੀ ਗੱਲ ਜੀ, ਇਹਨਾਂ ਦੀਆਂ ਸਿਰੋਂ ਤੋਂ ਧੱਕਾ ਕਰ ਰਿਹਾ ਜੀ। ਬਾਈ ਜੀ ਨੂੰ ਹਜੇ ਅੱਜ ਧਰਨਾ ਲੱਗਣਾ ਵਿੱਕੀ ਧਮਾਨ ਦੇ ਤੋਂ, ਕੱਲ੍ਹ ਹੀ ਇਹਨਾਂ ਨੇ ਸੰਮਨ ਭੇਜਤਾ ਜੀ। ਇਹ ਨਜਾਇਜ਼ ਧੱਕਾ ਕਰ ਰਹੇ, ਹਰੇਕ
ਹਰੇਕ ਧਮਕੀਆਂ ਡਰਾ ਰਹੇ ਆ ਜੀ। ਸਾਡੇ ਸਰਪੰਚ ਸਾਹਿਬ ਕੀਲੇ ਹੋਏ ਆ ਜੀ। ਹੁਣ ਕੁਦਰਤੀ ਹੈ, ਦੇਖੋ ਕੁਝ ਚਿਹਰੇ ਸਰਪੰਚਾਂ ਦੇ ਸਾਡੇ ਕੋਲ ਆਏ ਆ ਜੀ, ਠੀਕ ਆ ਜੀ। ਕਿੰਨੇ ਪਿੰਡ ਆਉਂਦੇ ਆ ਇਸ ਏਰੀਏ ਦੇ ਵਿੱਚ ਲਗਭਗ? ਘੱਟ ਜੀ 30 ਤੋਂ ਪਲੱਸ 35 ਤੱਕ ਪਿੰਡ ਆਉਂਦੇ ਆ ਜੀ, ਜਿਨ੍ਹਾਂ ਚੋਂ ਸਾਡੇ ਕੁਝ ਹੀ ਚਿਹਰੇ ਸਰਪੰਚਾਂ ਦੇ ਸਾਨੂੰ ਇੱਥੇ ਮਿਲਿਆ ਜੀ। ਆਪਾਂ ਸਰਪੰਚ ਬਣਾਉਂਦੇ ਆ ਜੀ ਪਿੰਡ ਦੇ ਵਿਕਾਸ ਵਾਸਤੇ ਜੀ, ਬੱਚਿਆਂ ਦੇ ਰੋਜ਼ਗਾਰ ਉਹਨਾਂ ਵਾਸਤੇ, ਸਿੱਖਿਆ ਵਾਸਤੇ, ਬੱਚਿਆਂ ਦਾ ਚਲੋ ਵਧੀਆ ਭਵਿੱਖ ਵਾਸਤੇ ਪਿੰਡ ਦਾ ਵਿਕਾਸ ਕਰੂੰਗੇ ਜੀ। ਪਰ ਕਿੱਲੇ ਮਤਲਬ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਕਿੱਲੇ? ਕਿੱਲੇ ਇਹਨਾਂ ਕੋਲ ਕੋਈ ਐਦਾਂ ਦੀ ਮੋਹਣੀ ਆ ਜਿਨ੍ਹਾਂ ਨਾਲ ਸਰਪੰਚ ਸਾਡੇ ਕੋਲ ਕਦੀ ਇੱਥੇ ਨਹੀਂ ਪਹੁੰਚਦੇ ਜੀ। ਜੋ ਵੀ ਇਹਨਾਂ ਵਾਸਤੇ ਕਰਦੇ ਸਰਪੰਚਾਂ ਵਾਸਤੇ ਗਲਤ ਆ ਜੀ, ਉਹਨਾਂ ਨੂੰ ਸਾਡੇ ਨਾਲ ਇੱਥੇ ਖੜਨਾ ਚਾਹੀਦਾ ਤਾਂ ਜੀ। ਜਦ ਕਿ ਸਾਡਾ ਮੇਰਾ ਦੂਜਾ ਇਹ ਧਰਨਾ ਹੈ, ਅਸੀਂ ਲਗਾਤਾਰ ਸੰਘਰਸ਼ 'ਚ ਡਟੇ ਹੋਏ ਆ। ਤੁਸੀਂ ਇਹ ਦੇਖੋ ਸਰਪੰਚ ਸਿਰਫ ਕੁਝ ਹੀ ਚਿਹਰੇ ਸਾਨੂੰ ਦਿਖ ਰਿਹਾ, ਜਿਹੜੇ ਬੰਦੇ ਇਮਾਨਦਾਰ ਤੇ ਅਸੀਂ ਵਧੀਆ ਕਹਿੰਦੇ ਆ। ਬਾਕੀ ਸਾਡਾ ਕੋਈ ਸਰਪੰਚ ਸਾਡੀ ਮਦਦ ਨਹੀਂ ਕਰ ਰਿਹਾ, ਕਿਉਂਕਿ ਸਰਪੰਚ ਆਏਗਾ ਤਾਂ ਉਹਦੇ ਨਾਲ ਪਿੰਡਾਂ ਦੇ ਲੋਕ ਆਉਂਗੇ ਜੀ, ਠੀਕ ਆ ਜੀ। ਇਹਨਾਂ ਦੇ ਪਹਿਲਾਂ ਹੀ ਫੋਨ ਚਲੇ ਗਏ ਜੀ ਪਿੰਡਾਂ 'ਚ ਵੀ ਸਰਪੰਚਾਂ ਨੂੰ ਵੀ ਪਿੰਡ ਤੋਂ ਵੱਧ ਬੰਦੇ ਨਾ ਉੱਥੇ ਜਾਣ ਜੀ, ਉਹ ਧਰਨਾ ਸਫਲ ਨਾ ਹੋ ਸਕੇ ਜੀ। ਪਰ ਅਸੀਂ ਬਿਲਕੁਲ ਨਹੀਂ ਡਰਦੇ, ਜਿੱਦਾਂ ਹੁਣ ਡਟੇ ਜੀ ਇਦਾਂ ਹੀ ਡਟੇ ਰਹਾਂਗੇ ਜੀ, ਠੀਕ ਹੈ ਜੀ। ਤੇ ਬਾਕੀ ਦੂਜੀ ਗੱਲ ਆ ਜੀ, ਸਰਪੰਚਾਂ ਨੂੰ ਵੀ ਚਾਹੀਦਾ ਜੀ, ਜੇ ਉਹਨਾਂ ਦੀ ਕੋਈ ਇਹਨਾਂ ਨਾਲ ਹੈਗੀ ਆ ਰਾਏਬੰਦੀ ਆ, ਪਰ ਇਸ ਪੋਲਿਊਸ਼ਨ ਵਾਸਤੇ ਡਟ ਕੇ ਮੁਕਾਬਲਾ ਕਰਨ। ਸਾਡੇ ਨੌਜਵਾਨ ਆ ਜੀ, ਵੀਰ ਆ, ਸਾਰੇ ਖੜੇ ਆ ਜੀ, ਵਿਹਲੇ ਆ ਜੀ, ਕਿ ਇਹਨਾਂ ਨੂੰ ਕੋਈ ਨੌਕਰੀ ਨਹੀਂ ਜੀ ਮਿਲਦੀ। ਇਹਨਾਂ ਨੂੰ ਚਾਹੀਦਾ ਸਾਨੂੰ ਰੁਜ਼ਗਾਰ ਦੇਵੇ ਜੀ। ਸਾਡੇ ਆਪਣੇ ਯੂਨੀਅਨ 'ਚ ਗੱਡੀਆਂ ਦੀਆਂ ਜੀ ਘੱਟੋ ਘੱਟ ਸਾਡੇ ਸਾਰੀ ਯੂਨੀਅਨ 'ਚ ਸਾਡੇ ਪਿੰਡ ਮੇਰਾ ਡਕਾਲਾ ਜੀ, ਸਿਰਫ 8 ਗੱਡੀਆਂ ਸਾਡੇ ਪਿੰਡ 'ਚ ਰਹਿ ਗਈਆਂ ਜੀ, ਬਾਕੀ ਸਭ ਵਿਕ ਗਈਆਂ ਜੀ, ਠੀਕ ਆ ਜੀ। ਉਹ ਵੀ ਵਿਕ ਜਾਣੀਆਂ ਜੀ। ਇਹਨਾਂ ਕੋਲ ਕੋਈ ਕੰਮ ਨਹੀਂ। ਬਾਹਰੋਂ ਆਏ, ਜਮਨਾ ਨਗਰ ਤੋਂ ਟਰਾਂਸਪੋਰਟਰ ਆਏ ਵੇ, ਕੋਈ ਰਾਜਸਥਾਨ 'ਚੋਂ ਆਇਆ, ਸਭ ਦੀਆਂ 50-50 ਗੱਡੀਆਂ ਦੇ ਉੱਪਰ ਆ ਜੀ, ਘੋੜੇ ਆ। ਸਾਡੇ ਪਿੰਡਾਂ 'ਚੋਂ ਸਿਰਫ 6 ਚੱਕੀ ਆ, ਉਹਨੂੰ ਵੀ ਕੰਮ ਨਹੀਂ ਮਿਲ ਰਿਹਾ ਜੀ। ਪਰ ਕੰਪਨੀ ਕਹਿੰਦੀ ਹੈ ਕਿ ਸਵਾਹ ਚੱਕਣ ਵਾਲੀਆਂ ਗੱਡੀਆਂ ਨਾਲ ਤਾਂ ਸਾਡਾ ਕੋਈ ਸਰੋਕਾਰ ਹੀ ਨਹੀਂ। ਸਾਡੀ ਤਾਂ ਸਵਾਹ ਸਿੱਧੀ ਥਰਮਲ ਤੋਂ ਪਾਈਪਲਾਈਨ ਪਈ ਹੋਈ ਹੈ, ਉਹ ਤੋਂ ਸਿੱਧੀ ਆਈ ਜਾਂਦੀ ਸਾਡੀ ਤਾਂ ਸਵਾਹ। ਸਾਡੀ ਗੱਡੀ ਤਾਂ ਸਵਾਹ ਢਾਉਂਦੀ ਨਹੀਂ ਹੈ। ਤੁਹਾਨੂੰ ਪਤਾ ਹੈ ਕਿ ਸਵਾਹ ਜਿਹੜੀ ਹੈਗੀ ਕੰਪਨੀ ਦੀ ਗੱਡੀਆਂ ਚੱਕੀ ਜਾਂਦੀ, ਕਿਸ ਪਰਪਸ ਲਈ ਸਵਾਹ ਜਾਂਦੀ ਹੈ? ਸਰ ਤੁਹਾਡੇ ਸਾਹਮਣੇ ਪਿੱਛੇ ਦੇਖੋ, ਬੈਕ ਸਾਈਡ ਤੇ ਜੀ, ਕੈਮਰਾਮੈਨ ਨੂੰ ਦਿਖਾਓ ਜੀ, ਪਿੱਛੇ ਖੜੀ ਆ ਜੀ ਗੱਡੀਆਂ, ਇਹ ਸਵਾਹ ਦੀ ਇਹਨਾਂ ਦੀਆਂ ਹੀ ਗੱਡੀਆਂ ਜੀ। ਇਹਨਾਂ ਨੂੰ ਇਹ ਪਹਿਲਾਂ ਜੀ ਸਿਮਿੰਟ ਚੱਕਣੇ ਦੀ ਇਹੀ ਡੈਕਾਂ 'ਚੋਂ ਲੈ ਕੇ ਆਉਂਦੀਆਂ ਜੀ, ਇਹੀ ਜਾਂਦੀਆਂ। ਅਸੀਂ ਉਰੇ ਤੋਂ ਲੈ ਕੇ ਆਪਣੇ ਪਿੰਡਾਂ ਤੱਕ ਪਰੇਸ਼ਾਨ ਹੁੰਦੇ ਆ, ਚਾਹੇ ਅਸੀਂ ਕੋਈ ਸ਼ਹਿਰ ਜਾਣਾ ਹੋਵੇ, ਚਾਹੇ ਕਿਤੇ ਅਸੀਂ 2 ਵੀਲਰ ਤੇ ਅਸੀਂ ਡਰਾਈਵ ਹੀ ਨਹੀਂ ਕਰ ਸਕਦੇ ਜੀ। ਫਲਾਈ ਐਸ਼ ਦਾ ਭਰਤੀ ਲਈ ਵੀ ਜ਼ਮੀਨ ਤੇ ਹੁਣ ਲੋਕੀ ਲੈ ਕੇ ਜਾਂਦੇ ਆ ਨਾ, ਤਾਂ ਇਹ ਤਾਂ ਨਹੀਂ ਹੈਗਾ ਕਿ ਕਿਤੇ ਗੱਡੀਆਂ ਉਹਨਾਂ ਲੋਕਾਂ ਦੀਆਂ ਹੈ ਜਿਹੜੀ ਭਰਤੀ ਲਈ ਚੱਲ ਰਹੀਆਂ? ਬਿਲਕੁਲ ਨਹੀਂ ਜੀ, ਤੁਹਾਡੇ ਸਾਹਮਣੇ ਜੀ ਗੱਡੀਆਂ। ਜਿਹੜੀ ਸਾਡੀ ਲੋਕਲ ਜਾਊਗੀ ਜੀ, ਪਿੱਛੇ ਟਰੈਕਟਰ ਖੜਾ ਜੀ, ਬਕਾਇਦਾ ਉਹਦੇ ਉੱਤੇ ਤਰਪਾਲ ਪਈ ਹੋਈ ਹੈ। ਜਿਹੜੀ ਪਰਸਨਲ ਜਾਏਗੀ ਉਹ ਸਾਡੇ ਟਰੈਕਟਰ ਤੇ ਜਾਏਗੀ ਜੀ ਭਰਤ ਵਾਸਤੇ। ਬਾਕੀ ਜਿਹੜੀਆਂ ਇਹ ਜਾਂਦੀਆਂ ਜੀ, ਇਹਨਾਂ ਦੀਆਂ ਲੋਡ ਹੋ ਕੇ ਦੇਖੋ ਜੀ ਤੁਸੀਂ, ਲੋਡ ਹੋਣ ਤੋਂ ਬਾਅਦ ਤਰਪਾਲਾਂ ਪਾ ਕੇ ਲੈ ਕੇ ਜਾਂਦੇ ਆ। ਪਰ ਤਰਪਾਲਾਂ ਐਦਾਂ ਪਾਉਂਦੇ ਆ, ਇਹ ਮੂਹਰੋਂ ਢੱਕ ਲੈਂਦਾ ਜੀ, ਪਿੱਛੋਂ ਸਾਰੀ ਸਵਾਹ ਉੱਡਦੀ ਹੈ ਜੀ। ਤੁਸੀਂ ਇੱਕ ਵਾਰੀ ਇਹਦਾ ਵਾਈਟ ਤੋਂ ਬਾਅਦ ਦੇਖਿਓ ਪਿੱਛੇ ਕਿੰਨੀ ਢੇਰੀ ਲੱਗੀ ਹੋਈ ਜਿੱਥੋਂ ਟਰੱਕ ਖੜਾ ਹੈ, ਤੁਸੀਂ ਜਾ ਕੇ ਦੇਖੋ ਜੀ। ਤੁਸੀਂ ਨੌਜਵਾਨਾਂ ਦੀ ਵੀ ਗੱਲ ਕੀਤੀ ਹੈ ਕਿ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਕੰਪਨੀ ਜਿਹੜੀ ਹੁੰਦੀ ਹੈ ਉਹ ਕੁਆਲੀਫਿਕੇਸ਼ਨ ਵੀ ਚੈੱਕ ਕਰਦੀ ਹੈ, ਵੀ ਦੇਖਦੀ ਹੈ ਕਿ ਕਿਹੜਾ ਬੰਦਾ ਕਾਬਲ ਆ ਕਿਸ ਚੀਜ਼ ਦੇ। ਤੁਹਾਨੂੰ ਇਹ ਤਾਂ ਨਹੀਂ ਕਿਤੇ ਕੰਪਨੀ ਜਿਹੜੀ ਕਾਬਲੀਅਤ ਭਾਲਦੀ ਹੈ ਨੌਜਵਾਨਾਂ ਵਿੱਚ, ਇਲਾਕੇ ਵਿੱਚ ਪਾਈ ਨਾ ਜਾਂਦੀ ਹੋਵੇ? ਸਾਰੀ ਮੈਂ ਆ ਜੀ, ਮੈਂ ਇਲੈਕਟ੍ਰੋਨਿਕਸ ਦੀ ITI ਕਰੀ ਵੀ ਹੈ ਜੀ, ਮੇਰੇ 84% ਨੰਬਰ ਹੈ ਜੀ ਮੇਰੇ। ਮੈਂ ਬਿਲਕੁਲ ਇੱਥੇ ਵਿਹਲਾ ਘੁੰਮ ਰਿਹਾ, ਆਪਣੀ ਮੋਬਾਈਲ ਰਿਪੇਅਰਿੰਗ ਦੀ ਸ਼ਾਪ ਹੈ ਜੀ, ਮੈਂ ਆਪਣਾ ਕੰਮ ਕਰ ਰਿਹਾ, ਨਾਲ ਇੱਕ ਫਾਰਮਰ ਵੀ ਹੈ ਜੀ। ਪਰ ਇਹ ਕੰਪਨੀ ਸੁਣਦੀ ਨਹੀਂ ਜੀ, ਜਿਨ੍ਹਾਂ ਦੇ 80% ਵੀ ਨੰਬਰ ਆ ਉਹਨਾਂ ਨੂੰ ਵੀ ਰੁਜ਼ਗਾਰ ਨਹੀਂ ਹੈਗਾ, ਜਿਨ੍ਹਾਂ ਦੇ 50% ਆ ਉਹਨਾਂ ਨੂੰ ਵੀ ਨਹੀਂ ਆ। ਇਹ ਰੁਜ਼ਗਾਰ ਦਿੰਦੇ ਆ ਹਿਮਾਚਲ ਵਾਲਿਆਂ ਨੂੰ, ਜਦ ਕਿ 75% ਸਾਡੇ ਲੋਕਾਂ ਨੂੰ, ਕਿਉਂਕਿ ਸਾਡੀਆਂ ਜ਼ਮੀਨਾਂ ਜੀ ਇਹਦੇ 'ਚ ਆਈਆਂ ਜੀ, ਅੰਬੂਜਾ 'ਚ ਜੀ। ਸਾਨੂੰ ਕੋਈ ਨਹੀਂ, ਸਾਡਾ ਪਾਣੀ ਖਰਾਬ ਹੋ ਰਿਹਾ ਜੀ, ਸਾਡਾ ਲਗਾਤਾਰ ਹੁਣ ਦੇਖੋ ਟਰਨ ਬਾਈ ਟਰਨ ਹਰੇਕ ਘਰ 'ਚ ਕੈਂਸਰ ਜਾ ਰਿਹਾ ਜੀ, ਟਰਨ ਬਾਈ ਟਰਨ ਜਾ ਰਿਹਾ। ਲੋਕ ਇੱਥੇ ਘੱਟ ਇਕੱਠੇ ਹੋ ਰਹੇ, ਕਿਉਂਕਿ ਪਿੰਡਾਂ 'ਚ ਫੰਕਸ਼ਨ ਵੀ ਤੇ ਕਿਸੇ ਦੀਆਂ ਮੈਰਿਜਾਂ ਵੀ ਤੇ। ਤੁਸੀਂ ਜਿਹੜਾ ਅਗਲਾ ਇਕੱਠ ਹੋਊਗਾ ਜੀ, ਉਹ 'ਚ ਇਹਨਾਂ ਨੂੰ ਦੱਸਾਂਗੇ ਜੀ ਬਈ ਕਿੰਨੀ ਪਬਲਿਕ ਜੁੜੀ ਆ ਜੀ, ਕਿੰਨੇ ਬੰਦੇ ਆ ਰਹੇ ਆ ਜੀ, ਕਿਉਂਕਿ ਹਜੇ ਬਿਮਾਰੀ ਨਾਲ ਲੋਕ ਹਤਾਹਤ ਹੋਰ ਹੋ ਰਹੇ ਆ ਜੀ, ਵੱਧ ਤੋਂ ਵੱਧ ਜੀ। ਕਿਸੇ ਨੂੰ ਮੈਨੂੰ ਖੁਦ ਚਮੜੀ ਦੀ ਪ੍ਰੋਬਲਮ ਆ ਜੀ, ਦੇਖੋ ਹੋ ਰਹੀ ਆ ਜੀ, ਮੈਂ ਦਿਖਾ ਰਿਹਾ ਜੀ, ਉਹ ਦੱਸ ਰਿਹਾ ਜੀ ਤੁਹਾਨੂੰ ਧੂੜ ਨਾਲ ਅਲਰਜੀ ਆ ਜੀ। ਪਰ ਅਸੀਂ ਕੀ ਕਰੀਏ ਜੀ, ਇਸ ਦਾ ਸਾਨੂੰ ਬਾਹਰ ਨਿਕਲਣਾ ਪੈਣਾ। ਮੇਰੀ ਜਸਟ ਨਾਲ ਦੁਕਾਨ ਆ ਜੀ, ਸਾਨੂੰ ਤਾਂ ਆਉਣਾ ਪੈਣਾ ਜੀ। ਸਾਡੇ ਕੋਲ ਤਾਂ ਕੋਈ ਚੀਜ਼ ਵੀ ਨਹੀਂ, ਵਹੀਕਲ ਆ ਜੀ, ਤੇ ਅਸੀਂ ਆਈ ਸਿਰਫ 2 ਵੀਲਰ ਤੇ ਆ। ਬਹੁਤ ਸਾਰੇ ਲੋਕਾਂ ਨੇ ਇੱਥੇ ਵੀ ਦੱਸਿਆ ਕਿ ਅਸੀਂ ਸਰਕਾਰ ਨੂੰ ਪਹਿਲਾਂ ਵੀ ਪ੍ਰਸ਼ਾਸਨ ਤੱਕ ਗੱਲਾਂ ਪਹੁੰਚਾਈਆਂ, ਪਰ ਜਿਹੜੀ ਇਹ ਕਾਰਵਾਈ ਨਹੀਂ ਹੁੰਦੀ। ਹੁਣ ਵੀ ਤੁਸੀਂ ਬੈਠੇ ਹੋ, ਜੇ ਕਾਰਵਾਈ ਨਹੀਂ ਹੁੰਦੀ ਤਾਂ ਕੀ ਅਗਲੇ ਤੁਹਾਡੇ ਜਿਹੜੇ ਸਟੈਪ ਕੀ ਰਹਿਣਗੇ, ਕਿਹੜੇ ਕਦਮ ਰਹਿਣਗੇ ਅੱਗੇ? ਸਰ ਸਾਡੇ ਤਾਂ ਪਹਿਲਾਂ ਸਰਕਾਰ ਨੂੰ ਬੇਨਤੀ ਹੈ ਜੀ ਵੀ ਸਾਡੀ ਗੱਲ ਸੁਣੀ ਜਾਵੇ ਜੀ, ਹੱਥ ਜੋੜ ਕੇ ਜੀ। ਅਗਰ ਸਰਕਾਰ ਨਹੀਂ ਸੁਣਦੀ ਜੀ, ਫਿਰ ਉਸ ਤੋਂ ਬਾਅਦ ਅਸੀਂ ਪੱਕਾ ਜਾਮ ਲਾਵਾਂਗੇ ਜੀ, ਪੱਕਾ ਧਰਨਾ ਲਾਵਾਂਗੇ ਜੀ, ਸਾਰੀਆਂ ਗੱਡੀਆਂ ਰੋਕਾਂਗੇ ਜੀ। ਇਹਨਾਂ ਨੂੰ ਇਹ ਹੋਊਗਾ ਵੀ ਅਸੀਂ ਫੈਕਟਰੀ ਬੰਦ ਕਰਾਵਾਂਗੇ ਜੀ, ਫੈਕਟਰੀ ਨਹੀਂ ਬੰਦ ਕਰਾਵਾਂਗੇ, ਪਰ ਅਸੀਂ ਗੱਡੀਆਂ ਬੰਦ ਕਰਾਂਗੇ ਜੀ। ਸਾਡਾ ਸਾਰਿਆਂ ਦਾ ਧਰਨਾ, ਅਸੀਂ ਨੌਜਵਾਨ ਸਾਰੇ ਵੱਧ ਤੋਂ ਵੱਧ ਇੱਥੇ ਸ਼ਾਮਲ ਹੋਵਾਂਗੇ ਜੀ। ਸੋ ਬਿਲਕੁਲ ਜਿਹੜੀਆਂ ਸਮੱਸਿਆਵਾਂ ਨੇ ਲੋਕਾਂ ਦੀਆਂ, ਉਹਨਾਂ ਨੇ ਆਪਣਾ ਦਰਦ ਬਿਆਨ ਕੀਤਾ, ਕਿਉਂਕਿ ਸਮੱਸਿਆਵਾਂ ਜਿਹੜੀਆਂ ਹੈਗੀਆਂ ਨੇ ਬਹੁਤ ਸਾਰੇ ਰੋਗਾਂ ਨੂੰ ਵੀ ਜਿਹੜਾ ਸੱਦਾ ਦਿੰਦੀਆਂ, ਕਿਉਂਕਿ ਜਿਹੜਾ ਪੋਲਿਊਸ਼ਨ ਹੈਗਾ ਉਸ ਦੇ ਚਲਦਿਆਂ ਜਿੱਥੇ ਬਿਮਾਰੀਆਂ ਵੱਧ ਰਹੀਆਂ, ਉਸ ਦੇ ਨਾਲ ਹੀ ਹੋਰ ਬਹੁਤ ਸਾਰੀਆਂ ਸਮੱਸਿਆਵਾਂ। ਪਸ਼ੂਆਂ ਦੀਆਂ ਜਿਹੜਾ ਚਾਰਾ ਹੈਗਾ ਉਸ ਦੇ ਉੱਤੇ ਉਹ ਰਾਖ ਦਾ ਪੈਣਾ, ਉਹ ਪਸ਼ੂਆਂ ਨੂੰ ਵੀ ਨਾਲ ਬਿਮਾਰ ਕਰ ਰਿਹਾ। ਹੋਰ ਬਹੁਤ ਸਾਰੀਆਂ ਸਮੱਸਿਆਵਾਂ ਜਿਸ ਦੇ ਚਲਦਿਆਂ ਇੱਕ ਵੱਡਾ ਇਕੱਠ ਨੌਜਵਾਨਾਂ ਵੱਲੋਂ ਜਾਂ ਲੋਕਾਂ ਵੱਲੋਂ ਕੀਤਾ ਗਿਆ ਕਿ ਧਰਨਾ ਲਾਇਆ ਗਿਆ।
ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਇਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਵੀ ਵੱਡਾ ਇਕੱਠ ਅਸੀਂ ਪੱਕੇ ਰੂਪ ਦੇ ਵਿੱਚ ਅਸੀਂ ਕਰਕੇ ਜਿਹੜਾ ਹੈ ਉਹ ਇੱਥੇ ਹੀ ਬੈਠ ਜਾਵਾਂਗੇ। ਸੋ ਸਵਾਹ ਜਿਹੜੀ ਹੈਗੀ ਆ ਉਹ ਵੀ ਦਿਖਾਉਣਾ ਚਾਹੁੰਦੇ ਨੇ। ਗੱਡੀਆਂ ਹੈਗੀਆਂ ਜਿਹੜੀਆਂ ਲੋਕਾਂ ਵੱਲੋਂ ਰੋਕੀਆਂ ਗਈਆਂ ਤੇ ਜਿਹੜੀਆਂ ਕਿ ਫਲਾਈ ਐਸ਼ ਇੱਕ ਪਾਸੇ ਤੋਂ ਦੂਜੇ ਪਾਸੇ ਲੈ ਕੇ ਜਾਂਦੀਆਂ। ਸੋ ਇਹ ਸਫਾਈ ਆ ਜੀ ਇਹਨਾਂ ਦੀ। ਇਹ ਕਹਿੰਦੇ ਅਸੀਂ ਧੋ ਕੇ ਗੱਡੀਆਂ ਭੇਜਦੇ ਆ ਬਾਹਰ। ਆ ਦੇਖੋ ਚੱਕਿਆਂ ਦੇ ਸਵਾਹ ਤੁਹਾਡੇ ਸਾਹਮਣੇ ਜੀ, ਅਸੀਂ ਨਹੀਂ ਪਾਈ ਜੀ। ਇਹ ਚਾਹੇ ਇਹਨਾਂ ਦੇ ਡਰਾਈਵਰ ਤੋਂ ਪੁੱਛ ਸਕਦੇ ਜੀ। ਤੁਸੀਂ ਪਿੱਛੇ ਆਓ 1 ਮਿੰਟ ਜੀ। ਆਹ ਦੇਖੋ ਜੀ, ਇੱਥੋਂ ਲੀਕ ਹੋ ਗਈ। ਆਹ ਦੇਖੋ ਜੀ, ਇਹ ਲਗਾਤਾਰ ਕੰਟੀਨਿਊ ਇੱਥੋਂ ਗਿਰਦੀ ਹੈ ਜੀ ਸਪੀਡ ਬ੍ਰੇਕਰ ਤੋਂ। ਆ ਤੁਹਾਡੇ ਸਾਹਮਣੇ ਆਹ ਦੇਖੋ ਜੀ ਨੀਚੇ, ਆਹ ਦੇਖੋ ਜੀ। ਇਹ ਅੱਖਾਂ 'ਚ ਨਹੀਂ ਪਾਏਗੀ। ਸਾਨੂੰ ਘੱਟੋ ਘੱਟ ਵੀ 2-2 ਘੰਟੇ ਸਾਨੂੰ ਅੱਖਾਂ ਤੋਂ ਦਿਖਦਾ ਨਹੀਂ ਜਦ ਇਹ ਸਵਾਹ ਸਾਡੇ ਨਾਲ ਪੈਂਦੀ ਹੈ ਜੀ। ਉੱਪਰ ਨਿਗਾਹ ਮਾਰੋ ਜੀ, ਇਹ ਸਫਾਈ ਦੀ ਗਾਰੰਟੀ ਦਿੰਦੇ ਆ ਜੀ। ਇਹ ਸਫਾਈ ਦੇਖੋ ਜੀ ਇਹਨਾਂ ਦੀ, ਤੁਹਾਡੇ ਸਾਹਮਣੇ। ਅਸੀਂ ਕੋਈ ਝੂਠ ਨਹੀਂ ਬੋਲ ਰਹੇ। ਉੱਪਰ ਉਹ ਦਿਖਾ ਦਿੰਦੇ ਆ ਤੁਹਾਨੂੰ, ਦੇਖੋ ਜੀ ਤੁਹਾਡੇ ਸਾਹਮਣੇ ਹੀ ਆ। ਇਹ ਸਵਾਹ ਪਈ ਹੋਈ ਹੈ ਜੀ ਉੱਪਰ। ਹੋਰ ਦੱਸੋ। ਹਾਂਜੀ, ਅੱਗੇ ਓਵਰਲੋਡ ਉੱਪਰ 3 ਫੁੱਟ ਉੱਪਰ ਹੁੰਦਾ ਹੈ। ਓਵਰਲੋਡ ਜਾਂਦੀ, ਚਾਹੇ ਕੋਈ ਟਿੱਪਰ ਆ ਚਾਹੇ ਟਰਾਲਾ, ਸਭ ਓਵਰਲੋਡ ਜਾਂਦੇ ਆ। ਪ੍ਰਸ਼ਾਸਨ ਕੁਝ ਨਹੀਂ ਕਰਦਾ ਹੈਗਾ। ਹਾਲਾਂਕਿ ਡਿਊਟੀ ਆ ਉਹਨਾਂ ਦੀ ਓਵਰਲੋਡ ਕੰਟਰੋਲ ਕਰਿਓ। ਉਹਨਾਂ ਕੋਲ ਅਸੀਂ ਰਿਪੋਰਟ ਪਹੁੰਚਾ ਸਕੇ ਆ। ਬਿੱਟੀਆਂ ਦੇ ਥਰੂ ਪਹੁੰਚਾ ਦਿਆ, ਬਿੱਟੀਆਂ ਵੀ ਓਵਰਲੋਡ ਨਹੀਂ ਹੈ, ਲੇਕਿਨ ਕੋਈ ਕਾਰਵਾਈ ਨਹੀਂ ਹੋਏਗੀ। ਔਰ ਉਸੇ ਤੇ ਓਵਰਲੋਡ ਚੱਲਦਾ, ਟਿੱਪਰ ਵੀ ਚੱਲਦੇ ਆ, ਟਰਾਲੀ ਵਿੱਚ ਚੱਲਦੇ ਸਾਰੇ। ਤੇ ਇਹਨਾਂ ਨੇ ਇੱਕ ਹੋਰ ਗੈਰ ਕਾਨੂੰਨੀ ਜੀ ਡਰਾਇਰ ਪਲਾਂਟ ਲਗਾਇਆ ਹੋਇਆ ਉੱਤੇ। ਜਦ ਵੀ ਇਹ ਚਲਾਉਂਦੇ ਆ ਉਹਦੇ ਨਾਲ ਬਹੁਤ ਪੋਲਿਊਸ਼ਨ ਹੁੰਦਾ ਜੀ ਸਾਡੇ ਕੱਪੜਿਆਂ ਤੇ ਜੀ। ਸਾਡੀਆਂ ਜੋ ਵੀ ਖੇਤੀਬਾੜੀ ਵਾਲੇ ਚਲੋ ਫਸਲਾਂ ਬਰਸੀਨਾਂ ਵਗੈਰਾ ਜੋ ਵੀ ਅਸੀਂ ਡੰਗਰਾਂ ਨੂੰ ਪਾਉਂਦੇ ਆ, ਉਹ ਸਾਰੇ ਹੀ ਪ੍ਰਦੂਸ਼ਿਤ ਹੋ ਰਿਹਾ। ਜੇ ਇਹਨਾਂ ਨੇ ਡੈਮੋ ਦੇਖਣਾ ਤਾਂ ਅਸੀਂ ਡੈਮੋ ਵੀ ਦਿਖਾ ਸਕਦੇ ਆ ਖੇਤਾਂ 'ਚ। ਸਾਡੇ ਨਾਲ ਹੀ ਖੇਤਾਂ ਤੁਸੀਂ ਆਪ ਦੇਖ ਸਕਦੇ ਵੀ ਕਿੰਨੀ ਸਵਾਹ ਨਾਲ ਸਾਡੀ ਡਸਟ ਨਾਲ ਸਾਡਾ ਨੁਕਸਾਨ ਹੋ ਰਿਹਾ ਜੀ। ਕਣਕਾਂ ਅਸੀਂ ਨਹੀਂ ਖਾ ਸਕਦੇ ਜੀ, ਇੰਨੀ ਡਸਟ ਨਾਲ ਬੁਰਾ ਹਾਲ ਹੈ ਜੀ। ਲਾਈਵ ਤੁਹਾਨੂੰ ਦਿਖਾਤਾ ਜੀ। ਹੋਰ ਤੁਸੀਂ ਕਹਿਣਾ ਚਾਹੁੰਦੇ ਤੁਹਾਨੂੰ ਸੜਕਾਂ ਦਿਖਾ ਦਿੰਦੇ ਆ ਜੀ। ਤੁਸੀਂ ਸਫਾਈ ਦੇਖ ਲਓ ਜੀ, ਹਰੇਕ ਚੀਜ਼ 'ਚੋਂ ਇਹ ਜ਼ੀਰੋ ਆ ਜੀ। ਇਹ ਬਿਲਕੁਲ ਵੀ ਧਿਆਨ ਨਹੀਂ ਦੇ ਰਹੇ, ਲਗਾਤਾਰ ਸਾਨੂੰ ਪਰੇਸ਼ਾਨ ਕਰ ਰਿਹਾ। ਤੁਹਾਡੇ ਸਾਹਮਣੇ ਅਸੀਂ ਤੁਹਾਡੇ ਨਾਲ ਗੱਲ ਕਰੀ, ਇਹਦਾ ਵੀ ਪਤਾ ਨਹੀਂ ਹੈ ਕੀ ਰਿਜ਼ਲਟ ਨਿਕਾਲਣਗੇ ਜੀ ਬਾਅਦ 'ਚ ਜੀ। ਸੋ ਬਿਲਕੁਲ ਸਮੱਸਿਆਵਾਂ ਜਿਹੜੀਆਂ ਹੈਗੀਆਂ ਨੇ ਉਹ ਲੋਕਾਂ ਦੀਆਂ ਤੁਸੀਂ ਦੇਖ ਹੀ ਲਈਆਂ। ਲੋਕ ਦਿਖਾ ਵੀ ਰਹੇ ਨੇ, ਰੌਲਾ ਵੀ ਕਾਫੀ ਸਮੇਂ ਤੋਂ ਇਹ ਪਾਇਆ ਜਾ ਰਿਹਾ। ਪਰ ਹੁਣ ਪ੍ਰਸ਼ਾਸਨ ਕਦਮ ਕੀ ਚੁੱਕੇਗਾ, ਇਹਨਾਂ ਸਮੱਸਿਆਵਾਂ ਦਾ ਕੋਈ ਹੱਲ ਨਿਕਲੇਗਾ ਜਾਂ ਨਹੀਂ ਨਿਕਲੇਗਾ, ਜਾਂ ਕੰਪਨੀ ਇਸ ਦੇ ਬਾਰੇ ਵਿੱਚ ਕੀ ਕਹਿੰਦੀ ਹੈ, ਉਹ ਵੀ ਯਤਨ ਕਰਦੇ ਆ ਕਿ ਕੰਪਨੀ ਨਾਲ ਵੀ ਗੱਲਬਾਤ ਕੀਤੀ ਜਾਵੇ। नमस्कार सर। नमस्कार नमस्कार। हाँ जी सर, हाँ अंबुजा से सर भूषण मुकेजा जी बोल रहे हैं जी। हाँ शशि भूषण मुखिया बोल रहा हूँ। हाँ जी सर। अच्छा, अंबुजा के खिलाफ आज गांव के कुछ लोगों ने या किसानों ने धरना लगाया है, तो वो एलिगेशन लगा रहे हैं कि गैर कानूनी तरीके से जो प्लांट ऐश है या कुछ गैर कानूनी तरीके से चलाया जा रहा है प्लांट, तो उसके लिए वो एलिगेशन लगाए ने। आपका क्या कहना है इसमें? नहीं, एलिगेशन की जहाँ तक बात है, अंबुजा सीमेंट जो है कितना बड़ा ग्रुप है। हम कोई भी काम बिना परमिशन के और इलीगल वे में नहीं करते हैं, ना होता है। तो जो भी काम यहाँ होता है विद परमिशन, गवर्नमेंट के डिपार्टमेंट के परमिशन के साथ होता है, अप्रूवल के साथ होता है। अच्छा। एक भी कदम बिना उसके नहीं उठता है हमारा। तो वो बोले ऐश प्लांट जो लगाया है उसके लिए कोई भी परमिशन नहीं ली है इन्होंने ऐश प्लांट के लिए। ऐसा कुछ नहीं है, ऐसा हो नहीं सकता है। सब परमिशन है, सारी परमिशन हमारे पास है और सारे अप्रूवल्स हैं। उसके बिना काम शुरू नहीं करते हैं, होता भी नहीं हमारा परमिशन। हमको अथॉरिटी भी नहीं उसके बिना काम करने की। अच्छा, तो फिर ये एलिगेशन लगा रहे हैं लोग, वो क्यों लगा रहे हैं सर? वो किस पर्पस पे? वो तो वही जानते हैं क्यों लगा रहे हैं, उनका क्या उसमें क्या स्वार्थ है या क्या उसमें है, उसके बारे में मुझे ज्यादा आइडिया नहीं क्यों कर रहे हैं। परंतु वो ऐसा हमारे तरफ से ऐसा कुछ भी हम गलत या इलीगल वे में या विदाउट परमिशन कुछ भी नहीं है। अच्छा, एक एलिगेशन और उनका कि बेवजह वो हमें नोटिस भेज के कोर्ट के परेशान कर रहे हैं, हमें ऐसे दिक्कत कर रहे हैं अंबुजा वाले नाजायज तौर पर। बेवजह तो कुछ कोई काम नहीं होता है। बेवजह तो क्यों करेंगे हम कुछ भी ना। हम अगर चाहें किसी को परेशान करना चाहते हैं, ना ये चाहते हैं कि अगर कोई हमारे साथ ऐसा करे। हम सबसे साथ में बैठे हैं, मिलजुल के बैठ काम कर रहे हैं और हमने कुछ गलत इसमें कुछ किया भी नहीं है। तो लोगों का ऑपरेशन को अगर हमारे हैंडल नहीं होता है तो हमारे लिए दिक्कत आती है। तो लोगों का एक आरोप है कि जो अंबुजा से पोल्यूशन उठ रहा है उससे कारण बीमारियां, पशु भी बीमार हो रहे हैं और इंसान भी बीमार हो रहे हैं, कैंसर तक हो रहा है। नहीं, आप ऐसा आप एक काम करें, आपके अगर कोई भी और भी क्वेरीज हैं तो हम यहाँ पर ज्यादा कुछ स्टेटमेंट आपको दे नहीं सकते। आप एक बार मेल कर दें हमको, हमारा जो मीडिया हाउस है जो आपको उसका पूरा रिप्लाई कर देगा। ठीक है सर, धन्यवाद जी। है ना, आप मेल आईडी ले लें हमारा और उस पर आप भेज दें तो हमारा जो मीडिया हाउस है वो ऑथराइज्ड है। ठीक, आपके कोई भी सवाल का जवाब देने के लिए। ठीक है, धन्यवाद जी, धन्यवाद। थैंक यू। ਪਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਕੋਈ ਹੱਲ ਨਿਕਲਦਾ ਜਾਂ ਫਿਰ ਇਹ ਧਰਨਾ ਇਹਨਾਂ ਦੇ ਕਹਿਣ ਮੁਤਾਬਕ ਲੰਮਾ ਚੱਲੇਗਾ, ਇਹ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਦੇਖਣਾ ਪਵੇਗਾ।
ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ ਨੂਹੋ।